ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 165 ਤੇ ਹੇਠੋਂ 8ਵੀਂ ਪੰਕਤੀ ਹੈ। ਗੌੜੀ ਬੈਰਾਗਣ ਮਹਿਲਾ ਚੌਥਾ। ਰਾਗ ਦਾ ਨਾਂ ਹੈ ਗੌੜੀ ਬੈਰਾਗਣ। ਮਹਿਲਾ ਚੌਥਾ ਦਾ ਮਤਲਬ ਹੈ ਚੌਥੇ ਪਾਤਸ਼ਾਹ ਦੀ ਬਾਣੀ। ਸ਼ਾਹ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇ ਤੈਸੀ ਹਮ ਲੈ। ਹਰ ਨਾਮ ਵਣੰਜੈ ਰੰਗ ਸਿਉ, ਜੇ ਆਪ ਦਿਆਲ ਹੋਏ ਦੇ। ਸ਼ਾਹ ਹਮਾਰਾ ਤੂੰ ਧਣੀ, ਧਣੀ ਹੁੰਦਾ ਮਾਲਕ। ਤੂੰ ਸਾਡਾ ਮਾਲਕ ਹੈ, ਤੂੰ ਸਾਡਾ ਸ਼ਾਹ ਹੈ। ਜੈਸੀ ਤੂੰ ਰਾਸ ਦੇ, ਜਿਹੋ ਜੀ ਤੂੰ ਪੂੰਜੀ ਸਾਨੂੰ ਦਿੰਦਾ ਹੈ, ਤੈਸੀ ਹਮ ਲੈ, ਉਹੀ ਸਾਨੂੰ ਪੂੰਜੀ ਮਿਲਦੀ ਹੈ। ਰਾਸ ਹੁੰਦੀ ਪੂੰਜੀ। ਜਿਹੋ ਜੀ ਪੂੰਜੀ ਤੂੰ ਸਾਨੂੰ ਦਿੰਦਾ ਹੈ, ਉਹੋ ਜੀ ਪੂੰਜੀ ਸਾਨੂੰ ਮਿਲਦੀ ਹੈ। ਹਰ ਨਾਮ ਵਣੰਜੈ ਰੰਗ ਸਿਉ, ਜੇ ਆਪ ਦਿਆਲ ਹੋਏ ਦੇ। ਹੇ ਪਰਮਾਤਮਾ, ਜੇ ਆਪ ਦਿਆਲੂ ਹੋ ਕੇ ਤੂੰ ਇਸ ਨਾਮ ਦੀ ਪੂੰਜੀ ਸਾਨੂੰ ਦੇਵੇਂ ਨਾ। ਹਰ ਨਾਮ ਵਣੰਜੈ ਰੰਗ ਸਿਉ, ਅਸੀਂ ਪਿਆਰ ਨਾਲ ਫਿਰ ਤੇਰੇ ਨਾਮ ਦਾ ਵਪਾਰ ਕਰਾਂਗੇ। ਜੇ ਨਾਮ ਦੀ ਸਾਨੂੰ ਪੂੰਜੀ ਦੇਵੇਂਗਾ ਤਾਂ ਫਿਰ ਅਸੀਂ ਤੇਰੇ ਨਾਮ ਦਾ ਵਪਾਰ ਕਰਾਂਗੇ। ਹਮ ਵਣਜਾਰੇ ਰਾਮ ਕੇ, ਹਰ ਵਣਜ ਕਰਾਵੈ ਦੇ ਰਾਸ ਰੇ ਰਹਾ। ਅਸੀਂ ਤੇ ਰਾਮ ਦੇ ਵਣਜਾਰੇ ਹਾਂ, ਵਪਾਰੀ ਹਾਂ। ਹਰ ਵਣਜ ਕਰਾਵੈ ਦੇ ਰਾਸ ਰੇ, ਉਹ ਪੂੰਜੀ ਦੇ ਕੇ ਨਾਮ ਦੀ ਸਾਡੇ ਤੋਂ ਵਣਜ ਕਰਾਉਂਦਾ, ਵਪਾਰ ਕਰਾਉਂਦਾ। ਭਾਈ ਨਾਮ ਦਾ ਵਪਾਰ ਕਰੋ, ਆਪ ਵੀ ਨਾਮ ਜਪੋ, ਦੂਜਿਆਂ ਤੋਂ ਵੀ ਨਾਮ ਜਪਾਓ। ਲਾਹਾ ਹਰ ਭਗਤ ਤਨ ਖਟਿਆ, ਹਰ ਸੱਚੇ ਸ਼ਾਹ ਮਨ ਪਾਇਆ। ਜਦੋਂ ਅਸੀਂ ਹਰੀ ਦੀ ਭਗਤੀ ਦਾ ਲਾਹਾ, ਹਰੀ ਦੀ ਭਗਤੀ ਦਾ ਧਨ ਖਟਾਂਗੇ ਨਾ, ਹਰ ਸੱਚੇ ਸ਼ਾਹ ਮਨ ਪਾਇਆ। ਉਸ ਸੱਚੇ ਸ਼ਾਹ ਨੂੰ, ਉਸ ਸੱਚੇ ਪਰਮਾਤਮਾ ਨੂੰ ਇਹ ਜਿਹੜਾ ਸਾਡਾ ਭਗਤੀ ਦਾ ਧਨ ਹੈ ਚੰਗਾ ਲੱਗੇਗਾ। ਮਨ 'ਚ ਮਨ ਪਾਇਆ, ਮਨ 'ਚ ਚੰਗਾ ਲੱਗੇਗਾ, ਕਿਉਂਕਿ ਪਰਮਾਤਮਾ ਦੇ ਨਾਮ ਧਨ ਚੰਗਾ ਲੱਗਦਾ। ਸੰਸਾਰਕ ਲੋਕਾਂ ਨੂੰ ਸੰਸਾਰਕ ਧਨ ਚੰਗਾ ਲੱਗਦਾ, ਪਰਮਾਤਮਾ ਨੂੰ ਨਾਮ ਧਨ ਚੰਗਾ ਲੱਗਦਾ। ਉਹਨੇ ਨਾਮ ਧਨ ਖੱਟਣ ਲਈ ਹੀ ਸਾਨੂੰ ਇੱਥੇ ਭੇਜਿਆ। ਜਦੋਂ ਅਸੀਂ ਨਾਮ ਧਨ ਖੱਟਦੇ ਹਾਂ, ਫਿਰ ਇਹ ਪਰਮਾਤਮਾ ਦੇ ਮਨ ਨੂੰ ਚੰਗਾ ਲੱਗਦਾ। ਹਰ ਜਪ ਹਰ ਵੱਖਰ ਲੱਦਿਆ, ਜਮ ਜਗਾਤੀ ਨੇੜ ਨਾ ਆਇਆ। ਵੱਖਰ ਹੁੰਦਾ ਸੌਦਾ। ਹਰੀ ਦਾ ਨਾਮ ਜਪ ਕੇ ਜੋ ਹਰੀ ਨਾਮ ਦਾ ਸੌਦਾ ਸੀ ਲੱਦਿਆ ਨਾ, ਨਾਲ ਲਿਜਾਣ ਲਈ, ਜਮ ਜਗਾਤੀ ਨੇੜ ਨਾ। ਜਗਾਤੀ ਨੇ ਟੈਕਸ ਲੈਣ ਵਾਲੇ ਵਸੂਲੀਏ। ਜਮ ਜੋ ਸਾਡੇ ਤੋਂ ਕਰਮਾਂ ਦਾ ਟੈਕਸ ਲੈਂਦਾ ਹੈ, ਉਹ ਜਮ ਜਗਾਤੀ ਦੇ ਫਿਰ ਨੇੜੇ ਹੀ ਨਹੀਂ ਆਉਂਦਾ। ਜਿਹਨੇ ਨਾਮ ਦਾ ਸੌਦਾ ਲੱਦਿਆ ਹੁੰਦਾ, ਕਹਿੰਦੇ ਜਮ ਉਸ ਦੇ ਨੇੜੇ ਹੀ ਨਹੀਂ ਆਉਂਦਾ। ਹੋਰ ਵਣਜ ਕਰੈ ਵਪਾਰੀਏ, ਅਨੰਤ ਤਿਰੰਗੀ ਦੁੱਖ ਪਾਇਆ। ਜਿਹੜੇ ਵਪਾਰੀ ਨਾਮ ਤੋਂ ਬਿਨਾਂ ਹੋਰ ਵਪਾਰ ਕਰਦੇ ਹਨ,
ਅਨੰਤ ਤਿਰੰਗੀ ਅਨੇਕਾਂ ਤਰੀਕਿਆਂ ਨਾਲ, ਉਹਨਾਂ ਨੂੰ ਅਨੇਕਾਂ ਤਰੀਕਿਆਂ ਨਾਲ ਦੁੱਖ ਪ੍ਰਾਪਤ ਹੁੰਦਾ। ਹਾਂਜੀ, ਹਾਂ, ਤਿਰੰਗੀ, ਅਨੇਕਾਂ ਤਿਰੰਗੀ, ਅਨੇਕਾਂ ਤਿਰੰਗਾਂ ਵਾਲਾ ਭਾਵ ਕਈ ਕਿਸਮਾਂ ਦਾ ਉਹਨਾਂ ਨੂੰ ਦੁੱਖ ਪ੍ਰਾਪਤ ਹੁੰਦਾ, ਕਿਉਂਕਿ ਸੁੱਖ ਤੇ ਪਰਮਾਤਮਾ ਦੇ ਨਾਮ ਵਿੱਚ ਹੈ। ਮਾਇਆ 'ਚ ਦੁੱਖ ਕਿਉਂ ਹੈ? ਸਿਰਫ ਉਸ ਮਾਇਆ 'ਚ ਦੁੱਖ ਹੈ ਜਿਹੜੇ ਅਸੀਂ ਗਲਤ ਤਰੀਕੇ ਨਾਲ ਕਮਾਉਂਦੇ ਹਾਂ। ਮਾਇਆ ਆਪਣੇ ਆਪ ਦੁਖਦਾਈ ਨਹੀਂ ਹੈ, ਕਿਤੇ ਕਹੋ ਹਾਂਜੀ। ਜਦੋਂ ਅਸੀਂ ਗਲਤ ਤਰੀਕੇ ਨਾਲ ਮਾਇਆ ਕਮਾਉਂਦੇ ਹਾਂ ਤਾਂ ਪਰਮਾਤਮਾ ਨਾਰਾਜ਼ ਹੁੰਦਾ ਹੈ। ਗਲਤ ਤਰੀਕੇ ਨਾਲ ਜਿਹੜੀ ਕਮਾਈ ਹੋਈ ਮਾਇਆ ਸਾਡੇ ਲਈ ਕਦੇ ਵੀ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਸਿੱਖ ਨੂੰ ਹੁਕਮ ਹੈ ਤੂੰ ਕਿਰਤ ਕਰਨੀ। ਕਿਰਤ ਦਾ ਮਤਲਬ ਮੇਰਾ ਕੰਮ ਨਹੀਂ ਹੈ। ਇਸ ਲਈ ਨਾਲ ਸ਼ਬਦ ਲਾਉਣਾ ਪਿਆ, 10 ਅਨੂਆਂ ਦੀ ਕਿਰਤ। ਨਹੀਂ ਤਾਂ ਚੋਰ ਕੋ ਮੈਂ ਵੀ ਕਿਰਤ ਕਰਦਾ ਜੀ, ਮੈਂ ਕਿਹੜੇ ਵੇਲੇ ਬੈਠਾ। ਵੀ 10 ਅਨੂਆਂ ਦੀ ਕਿਰਤ ਕਰਨੀ। ਕੋਈ ਹੇਰਾ ਫੇਰੀ, ਠੱਗੀ ਠੋਰੀ, ਹੋਰ ਕਿਸੇ ਪ੍ਰਕਾਰ ਨਾਲ ਮਾਇਆ ਇਕੱਠੀ ਨਹੀਂ ਕਰਨੀ। ਉਹ ਸਿਰਫ ਤੇ ਸਿਰਫ ਉਹ ਮਾਇਆ ਦੁੱਖ ਦਿੰਦੀ ਹੈ ਇਨਸਾਨ ਨੂੰ ਜਿਹੜੀ ਗਲਤ ਤਰੀਕੇ ਨਾਲ ਇਕੱਠੀ ਕੀਤੀ ਜਾਂਦੀ। ਦੂਜੀ ਮਾਇਆ ਤਾਂ ਸਗੋਂ ਸੁੱਖ ਦਿੰਦੀ ਹੈ। ਦੂਜੀ ਮਾਇਆ ਤਾਂ ਸੁੱਖ ਦਿੰਦੀ ਹੈ। ਜੇ ਮਾਇਆ ਹੀ ਨਹੀਂ ਤਾਂ ਬੰਦਾ ਦੁਖੀ ਰਹਿੰਦਾ, ਕਿਉਂਕਿ ਮਾਇਆ ਤੋਂ ਬਿਨਾਂ ਤਾਂ ਸੰਸਾਰ ਦੀ ਕੋਈ ਚੀਜ਼ ਮਿਲਦੀ ਹੋਈ ਨਹੀਂ ਹੈਗੀ। ਪਹਿਲਾਂ ਚਲੋ ਪਾਣੀ ਪੂਣੀ ਮੁਫਤ ਮਿਲ ਜਾਂਦਾ ਹੁੰਦਾ, ਹੁਣ ਤਾਂ ਉਹ ਵੀ ਨਹੀਂ ਮਿਲਦਾ। ਅੱਜ ਸੀਵਰੇਜ ਦਾ ਵੀ ਆਉਂਦਾ ਬਿੱਲ ਅਤੇ ਪਾਣੀ ਦਾ ਵੀ ਆਉਂਦਾ। ਪਾਣੀ ਮੁੱਲ ਵਿਕਦਾ ਹੈ। ਇਸ ਲਈ ਹੁਣ ਮਾਇਆ ਤੋਂ ਬਿਨਾਂ ਕੋਈ ਚੀਜ਼ ਨਹੀਂ ਮਿਲਦੀ। ਇਸ ਲਈ ਮਾਇਆ ਜ਼ਰੂਰੀ ਹੈ। ਇਹ ਦੂਰ ਦੀ ਸੋਚ ਕੇ ਗੁਰੂ ਨਾਨਕ ਜੀ ਨੇ ਕਿਹਾ ਭਾਈ ਕਿਰਤ ਕਰੋ। ਵੀ ਤੁਸੀਂ ਕਿਰਤ ਕਰੋਗੇ, ਕੰਮ ਕਰੋਗੇ, ਕਮਾਓਗੇ, ਫਿਰ ਤੁਹਾਡੇ ਕੋਲ ਪੈਸਾ ਹੋਏਗਾ, ਉਹਦੇ ਨਾਲ ਤੁਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋਗੇ। ਮਾਇਆ ਆਪਣੇ ਆਪ 'ਚ ਸੁਖਦਾਈ ਹੈ। ਕੋਈ ਚੀਜ਼ ਦੁਖਦਾਈ ਨਹੀਂ ਹੁੰਦੀ, ਸਿਰਫ ਉਹਦੀ ਵਰਤੋਂ 'ਤੇ ਨਿਰਭਰ ਕਰਦਾ। ਹੁਣ ਰੇਡੀਅਮ ਹੈ, ਇਹਦੇ ਨਾਲ ਕਾਰਖਾਨੇ ਵੀ ਚਲਾਏ ਜਾ ਸਕਦੇ ਨੇ ਅਤੇ ਇਹਦੇ ਨਾਲ ਐਟਮ ਬੰਬ ਵੀ ਬਣਾਇਆ ਜਾ ਸਕਦਾ ਹੈ। ਉਹ 'ਚ ਰੇਡੀਅਮ ਦਾ ਕਸੂਰ ਤਾਂ ਨਹੀਂ, ਵਰਤੋਂ ਦਾ ਕਸੂਰ ਹੈ ਕਿ ਅਸੀਂ ਕਿਸੇ ਚੀਜ਼ ਨੂੰ ਕਿਵੇਂ ਵਰਤਦੇ ਹਾਂ। ਸੋ ਜੇ ਸਹੀ ਤਰੀਕੇ ਨਾਲ ਮਾਇਆ ਕਮਾਈ ਹੋਵੇ ਅਤੇ ਸਹੀ ਤਰੀਕੇ ਨਾਲ ਉਹਦੀ ਵਰਤੋਂ ਕੀਤੀ ਹੋਵੇ ਤਾਂ ਸਗੋਂ ਸੁਖਦਾਈ ਹੁੰਦੀ ਹੈ। ਜਿਹੜਾ ਵਾਰੀ ਵਾਰੀ ਗੁਰਬਾਣੀ 'ਚ ਮਾਇਆ ਨੂੰ ਨਿੰਦਿਆ ਹੋਇਆ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਮਾਇਆ ਸਪਨੀ ਕਦੋਂ ਹੈ? ਜਦੋਂ ਅਸੀਂ ਗਲਤ ਤਰੀਕੇ ਨਾਲ ਮਾਇਆ ਕਮਾਉਂਦੇ ਹਾਂ, ਫਿਰ ਉਹ ਸਾਡੇ ਲਈ ਕੋਈ ਨਾ ਕੋਈ ਵਕਤ ਖੜਾ ਕਰ ਦਿੰਦੇ। ਤਾਂ ਕਰਕੇ ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਹੋਰ ਵਣਜ ਕਰੈ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ। ਜਿਹੜੇ ਹੋਰ ਨਾਮ ਤੋਂ ਬਿਨਾਂ ਹੋਰ ਕਿਸੇ ਪ੍ਰਕਾਰ ਦਾ ਵਪਾਰ ਕਰਦੇ ਨੇ, ਮਾਇਆ ਕਮਾਉਂਦੇ ਨੇ, ਉਹ ਕਹਿੰਦਾ ਅਨੇਕਾਂ ਤਰੀਕਿਆਂ ਨਾਲ ਉਸਨੂੰ ਦੁਖੀ ਕਰਦੇ। ਓਏ ਜੇ ਹੈ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ। ਓਏ ਈੜੀ ਵਾਲਾ ਬਹੁਵਚਨ ਹੁੰਦਾ, ਉਹ ਹਾਹੇ ਨੂੰ ਸੈਰੀ ਵਾਲਾ ਉਹ ਵੀ ਬਹੁਵਚਨ ਹੁੰਦਾ। ਊੜੇ ਨੂੰ ਔਂਕੜ, ਹਾਹੇ ਨੂੰ ਸੈਰੀ ਉਹ, ਇਹ ਵੀ ਬਹੁਵਚਨ ਹੈ। ਊੜੇ ਨੂੰ ਹੋੜਾ, ਈੜ ਨੂੰ ਸੈਰੀ, ਓਏ ਇਹ ਵੀ ਬਹੁਵਚਨ। ਓਏ ਜੇ ਹੈ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ।
ਪਰਮਾਤਮਾ ਨੇ ਉਹਨੂੰ ਜਿਸ ਕੰਮ 'ਤੇ ਲਾਇਆ, ਜਿਸ ਵਪਾਰ 'ਤੇ ਲਾਇਆ, ਉਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ। ਆਖਦਾ ਜਿਹੋ ਜਿਹਾ ਅਸੀਂ ਕਰਮ ਕਰਾਂਗੇ ਉਹੋ ਜਿਹਾ ਸਾਨੂੰ ਫਲ ਮਿਲੇਗਾ ਨਾ। ਹਰ ਹਰ ਵਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ। ਹਰੀ ਦੇ ਨਾਮ ਦਾ ਵਣਜ ਵਪਾਰ ਵੀ ਉਹੀ ਵਿਅਕਤੀ ਕਰਦਾ ਜਿਸ ਕਿਰਪਾਲ ਹੋਏ ਪ੍ਰਭ ਦੇਈ, ਜਿਸ ਤੇ ਪਰਮਾਤਮਾ ਕਿਰਪਾਲੂ ਹੋ ਕੇ ਇਹ ਨਾਮ ਦੀ ਦਾਤ ਦਿੰਦਾ ਹੈ। ਨਾਮ ਦਾ ਵਣਜ ਵੀ ਉਹੀ ਕਰਦਾ ਜਿਸ ਤੇ ਪਰਮਾਤਮਾ ਕਿਰਪਾ ਕਰਕੇ ਉਸ ਨੂੰ ਇਹ ਚੀਜ਼ ਦਿੰਦਾ ਹੈ। ਜਨ ਨਾਨਕ ਸ਼ਾਹ ਹਰ ਸੇਵਿਆ, ਫਿਰ ਲੇਖਾ ਮੂਲ ਨਾ ਲਈ। ਅਤੇ ਜਿਹੜਾ ਪਰਮਾਤਮਾ ਜੋ ਸਾਡਾ ਸ਼ਾਹ ਹੈ, ਜੋ ਹਰੀ ਹੈ, ਗੁਰੂਆਂ ਜਿਹੜਾ ਉਹਦੀ ਸੇਵਾ ਸਿਮਰਨ ਕਰਦਾ ਨਾ, ਫਿਰ ਲੇਖਾ ਮੂਲ ਨਾ ਹੋਏ। ਉਹ ਤਾਂ ਫਿਰ ਲੇਖਾ ਮੰਗਿਆ ਹੀ ਨਹੀਂ ਜਾਂਦਾ। ਉਹਦਾ ਮੁੜ ਕੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਹੁੰਦਾ, ਉਹਦੇ ਲੇਖਾ ਹੀ ਨਹੀਂ ਹੁੰਦਾ, ਨਹੀਂ ਬੜ ਜਾਂਦਾ ਕੰਮ। ਧਰਮ ਰਾਏ ਦਰ ਕਾਗਦ ਫਾਰੇ, ਜਨ ਲੇਖਾ ਜਨ ਨਾਨਕ ਲੇਖਾ ਸਮਝਾ, ਨਿਬੜ ਜਾਂਦਾ ਲੇਖਾ। ਗੌੜੀ ਪੈਰਾਗਣ ਮਹਿਲਾ ਚੌਥਾ। ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਵੱਡਾ ਹੋਏ ਤਨ ਖਾਟ ਦੇ, ਕਰ ਭੋਗ ਬਿਲਸ। ਤਿਉਂ ਹਰ ਜਨ ਪ੍ਰੀਤ ਹਰ ਰਾਖਦਾ, ਦੇ ਆਪ ਹਥਾਸਾ। ਜਨਨੀ ਮਾਂ ਨੂੰ ਕਹਿੰਦੇ ਨੇ। ਜਿਉਂ ਜਨਨੀ ਗਰਭ ਪਾਲਤੀ, ਜਿਵੇਂ ਮਾਂ ਹੈ, ਗਰਭ ਦੇ ਵਿੱਚ ਜਿਹੜਾ ਬੱਚਾ ਹੁੰਦਾ ਹੈ ਉਹਨੂੰ ਬੜੇ ਧਿਆਨ ਨਾਲ ਪਾਲਦੀ ਹੈ। ਕੋਈ ਟੱਪਦੀ ਨਹੀਂ ਉਹਨਾਂ ਦਿਨਾਂ 'ਚ, ਕੋਈ ਛਾਲਾ ਨਹੀਂ ਮਾਰਦੀ, ਸਹਿਜ ਸੁਭਾਅ ਜੀਵਨ ਜਿਉਂਦੇ ਤਾਂ ਜੋ ਅੰਦਰਲੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਕਿਉਂ ਪਾਲਦੀ ਹੈ? ਸੁੱਤ ਕੀ ਕਰ ਆਸਾ, ਵੀ ਮੇਰੇ ਘਰ ਪੁੱਤਰ ਹੋਵੇਗਾ। ਫਿਰ ਉਹ ਕੀ ਕਰੇਗਾ? ਵੱਡਾ ਹੋਏ ਤਨ ਖਾਟ ਦੇ, ਕਰ ਭੋਗ ਬਿਲਸ। ਜਦੋਂ ਫਿਰ ਵੱਡਾ ਹੋਵੇਗਾ ਉਹ ਧਨ ਕਮਾਏਗਾ, ਫਿਰ ਅਸੀਂ ਉਸ 'ਚ ਖੁਸ਼ੀਆਂ ਮਾਣਾਂਗੇ, ਆਨੰਦ ਮਾਣਾਂਗੇ ਧਨ ਨਾਲ। ਇਸ ਲਈ ਪਾਲਦੀ ਹੈ। ਤਿਉਂ ਹਰ ਜਨ ਪ੍ਰੀਤ ਹਰ ਰਾਖਦਾ। ਇਸ ਤਰ੍ਹਾਂ ਜਿਹੜਾ ਹਰੀ ਦਾ ਭਗਤ ਹੈ ਉਹ ਵੀ ਹਰੀ ਨਾਲ ਪਿਆਰ ਕਰਦਾ ਹੈ। ਦੇ ਆਪ ਹਥਸ, ਪਰਮਾਤਮਾ ਫਿਰ ਉਹਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ। ਹੱਥ ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ, ਇਸ ਤਰ੍ਹਾਂ ਫਿਰ ਪਰਮਾਤਮਾ ਹੀ ਆਪਣੇ ਭਗਤ ਦਾ ਰਾਖਾ ਬਣਦਾ, ਹੱਥ ਦੇ ਕੇ ਰੱਖਿਆ ਕਰਦਾ। ਮੇਰੇ ਰਾਮ ਮੇਰੇ ਰਾਮ ਮੈਂ ਮੂਰਖ, ਹਰ ਰਾਖ ਮੇਰੇ ਗੁਸਈਆਂ। ਜਨ ਕੀ ਉਪਮਾ ਤੁਝੇ ਵਡਈਆ। ਮੇਰੇ ਰਾਮ, ਹੈ ਮੇਰੇ ਪਰਮਾਤਮਾ, ਮੈਂ ਮੂਰਖ ਹਾਂ। ਹਰ ਰਾਖ ਮੇਰੇ ਗੁਸਈਆਂ, ਹੈ ਮੇਰੇ ਪਰਮਾਤਮਾ ਮੇਰੀ ਰੱਖਿਆ ਕਰ। ਮੈਂ ਤਾਂ ਮੂਰਖ ਹਾਂ, ਮੈਂ ਤੇ ਮੂਰਖ ਹਾਂ, ਗਲਤ ਮਲਤ ਕੰਮ ਕਰ ਸਕਦਾ ਹਾਂ, ਤੂੰ ਮੇਰੀ ਰੱਖਿਆ ਕਰ। ਜਨ ਕੀ ਉਪਮਾ ਤੁਝੇ ਵਡਈਆ। ਜਦੋਂ ਤੇਰੇ ਭਗਤ ਦੀ ਕੋਈ ਵਡਿਆਈ ਕਰਦਾ ਉਹ ਤੇਰੀ ਵਡਿਆਈ ਹੈ। ਜੋ ਤੇਰੇ ਭਗਤ ਦੀ ਕੋਈ ਵਡਿਆਈ ਕਰਦਾ ਨਾ, ਹੇ ਪਰਮਾਤਮਾ, ਉਹ ਤੇਰੀ ਹੀ ਵਡਿਆਈ ਹੈ, ਉਹ ਤੇਰੀ ਵਡਿਆਈ। ਇਸੇ ਲਈ ਜਦੋਂ ਅਸੀਂ ਕਿਸੇ ਸਾਧੂ ਦੀ, ਗੁਰੂ ਦੀ ਵਡਿਆਈ ਕਰਦੇ ਹਾਂ, ਪਰਮਾਤਮਾ ਖੁਸ਼ ਹੁੰਦਾ। ਗੁਰੂ ਦੀ, ਸਾਧੂ ਦੀ ਨਿੰਦਿਆ ਸੁਣ ਕੇ ਪਰਮਾਤਮਾ ਖੁਸ਼ ਨਹੀਂ ਹੁੰਦਾ। ਇਸ ਲਈ ਕਦੇ ਵੀ ਭਜਨ ਬੰਦਗੀ ਕਰਨ ਵਾਲੇ ਦੀ ਨਿੰਦਿਆ ਨਹੀਂ ਕਰੀਦੀ। ਇਹ ਨਹੀਂ ਕੋਈ ਸਾਡਾ ਵਿਰੋਧੀ ਹੈ ਅਤੇ ਅਸੀਂ ਉਹਦੀ ਨਿੰਦਿਆ ਕਰੀ ਜਾਈਏ।
ਕਈ ਵਾਰੀ ਵਿਰੋਧੀ ਹੋਣ ਕਰਕੇ ਬੰਦਾ ਨਿੰਦਿਆ ਕਰ ਦਿੰਦਾ। ਇਸ ਤਰ੍ਹਾਂ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਕੋਈ ਸਾਧੂ ਸੰਤ ਮਹਾਤਮਾ ਹੈ, ਉਹਦੀ ਐਵੇਂ ਨਿੰਦਿਆ ਨਹੀਂ ਕਰੀਦੀ ਹੁੰਦੀ। ਪਰਮਾਤਮਾ ਨਾਰਾਜ਼ ਹੁੰਦਾ ਹੈ ਕਿ ਤੁਸੀਂ ਆਪ ਤਾਂ ਭਜਨ ਬੰਦਗੀ ਕਰਦੇ ਨਹੀਂ, ਜਿਹੜਾ ਮੇਰੀ ਭਜਨ ਬੰਦਗੀ ਕਰਦੇ ਤੁਸੀਂ ਉਹਦੀ ਨਿੰਦਿਆ ਕਰਦੇ ਹੋ। ਕਈ ਵਾਰੀ ਆਪਾਂ ਨੂੰ ਦੂਸਰੇ ਦਾ ਪਤਾ ਹੀ ਨਹੀਂ ਹੁੰਦਾ, ਆਪਾਂ ਸੁਣ ਸੁਣਾ ਕੇ ਨਿੰਦਿਆ ਕਰੀ ਜਾਂਦੇ, ਉਦੋਂ ਬਹੁਤ ਹੀ ਮਾੜੀ ਗੱਲ ਹੈ। ਇੱਕ ਤਾਂ ਆਪਾਂ ਕਿਸ ਦਾ ਕੋਈ ਨੁਕਸ ਵੇਖ ਲਿਆ, ਫਿਰ ਵੀ ਸਿੱਖ ਨੂੰ ਹੁਕਮ ਹੈ ਜਿੰਨੀ ਦੇਖ ਕੇ ਅਣਡਿੱਠ ਕੀਤਾ, ਤੁਸੀਂ ਦੇਖ ਕੇ ਵੀ ਅਣਡਿੱਠ ਕਰਨਾ ਵੀ ਮੈਂ ਤਾਂ ਦੇਖੀ ਨਹੀਂ। ਕਿਉਂ ਕਰਨਾ? ਸਾਨੂੰ ਦੂਜੇ ਦਾ ਨੁਕਸ ਤੇ ਦਿਸ ਜਾਂਦਾ, ਪਤਾ ਲੱਗਦਾ, ਆਪਣਾ ਪਤਾ ਹੀ ਨਹੀਂ ਲੱਗਦਾ, ਆਪਣਾ ਪਤਾ ਨਹੀਂ ਲੱਗਦਾ। ਹਰ ਬੰਦੇ 'ਚ ਕੋਈ ਨਾ ਕੋਈ ਨੁਕਸ ਹੈ, ਮੇਰੇ 'ਚ ਕੋਈ ਹੈ, ਇਹਨਾਂ 'ਚ ਕੋਈ ਹੈ, ਉਸ 'ਚ ਕੋਈ ਹੈ, ਉਸ 'ਚ ਕੋਈ ਹੈ। ਨੁਕਸ ਰਹਿਤ ਤਾਂ ਸਾਡੇ 'ਚ ਕੋਈ ਵੀ ਨਹੀਂ ਹੈ। ਅਤੇ ਜਦੋਂ ਸਾਰਿਆਂ 'ਚ ਕੋਈ ਨਾ ਕੋਈ ਨੁਕਸ ਹੈ ਤਾਂ ਫਿਰ ਨਿੰਦਣਾ ਕਾਹਦੇ ਲਈ ਹੈ? ਵੀ ਤਾਂ ਹੀ ਕਹਿੰਦੇ ਨੇ ਦੂਜੇ ਦੀ ਪੀੜ੍ਹੀ ਹੇਠਾਂ ਵੇਖਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟੀ ਫੇਰ ਲਓ। ਦੂਜੀ ਦੀ ਪੀੜ੍ਹੀ ਹੇਠਾਂ ਕੇਲੇ ਦੀ ਛਿੱਲੜ ਪਈ ਹੈ, ਉਹ ਤਾਂ ਦਿਸਦੀ ਹੈ, ਉਹ ਤੇਰੀ ਪੀੜ੍ਹੀ ਹੇਠਾਂ ਵੀ ਪਈ ਹੋਵੇ। ਧਰਮ ਕਹਿੰਦਾ ਤੁਸੀਂ ਆਪਣੇ ਆਪ ਨੂੰ ਠੀਕ ਕਰਦੇ ਰਹੋ, ਬਸ ਦੂਜਿਆਂ ਦੀ ਗੱਲ ਛੱਡੋ। ਤੁਸੀਂ ਹਰ ਇਨਸਾਨ ਜੇ ਆਪਣੇ ਆਪ ਨੂੰ ਠੀਕ ਕਰੇ, ਸਾਰੇ ਦਾ ਸਾਰਾ ਸਮਾਜ ਹੀ ਵਧੀਆ ਹੋ ਜਾਏਗਾ। ਹਰ ਬੰਦਾ ਜੇ ਆਪਣੇ ਆਪ ਨੂੰ ਠੀਕ ਕਰ ਲਏਗਾ, ਸਾਰਾ ਸਮਾਜ ਆਪੇ ਹੀ ਵਧੀਆ ਹੋ ਜਾਏਗਾ। ਜਦੋਂ ਅਸੀਂ ਵਾਕਈ ਠੀਕ ਹੋਵਾਂਗੇ, ਜਿਹੜਾ ਸਾਡੀ ਸੰਗਤ ਕਰੇਗਾ ਉਹ ਆਪੇ ਹੀ ਠੀਕ ਹੁੰਦਾ ਜਾਏਗਾ। ਕਿੰਨੇ ਸਾਲ ਹੋ ਗਏ ਸੰਥਿਆ ਦਿੰਦੇ ਆ, ਮੈਂ ਕਦੇ ਨਹੀਂ ਕਿਸੇ ਨੂੰ ਕਿਹਾ ਅੰਮ੍ਰਿਤ ਛਕ ਲਓ, ਪਰ ਜਿੰਨਾ 2306 ਬੰਦੇ ਨੇ ਸੰਥਿਆ ਦੇ ਵਿੱਚ ਸੈਂਕੜੇ ਹੀ ਅੰਮ੍ਰਿਤਧਾਰੀ ਆਪੇ ਹੀ ਹੋ ਗਏ ਨੇ, ਆਪੇ ਹੀ ਹੋ ਗਏ। ਕਿਉਂ? ਉਹਨਾਂ ਦੇ ਅੰਦਰ ਬਾਣੀ ਗਈ, ਬਾਣੀ ਨੇ ਅਸਰ ਕੀਤਾ, ਉਹਨਾਂ ਬਾਣਾ ਧਾਰਨ ਕਰ ਲਿਆ। ਜੇ ਅੰਦਰ ਬਾਣੀ ਹੀ ਨਹੀਂ ਤਾਂ ਬਾਹਰੋਂ ਬਾਣੇ ਦੀ ਕੋਈ ਕੀਮਤ ਨਹੀਂ ਹੁੰਦੀ। ਜਿਵੇਂ ਬਦਾਮ ਹੈ, ਬਾਹਰੋਂ ਬੜਾ ਸੋਹਣਾ, ਤੋੜਿਆ ਵਿੱਚੋਂ ਜਿਹੜੀ ਗਿਟਕ ਸੀ ਉਹ ਖਰਾਬ ਨਿਕਲੀ, ਗਿਰੀ ਖਰਾਬ ਨਿਕਲੀ। ਉਹ ਬਾਹਰਲੀ ਛਿੱਲੜ ਨੂੰ ਕਿਆ ਕਰਾਂਗੇ ਬਈ? ਛਿੱਲੜ ਦੀ ਵੀ ਤਾਂ ਮਹਾਨਤਾ ਹੈ ਜੇ ਵਿੱਚ ਗਿਰੀ ਠੀਕ ਹੈ, ਜੇ ਵਿੱਚ ਗਿਰੀ ਠੀਕ ਨਹੀਂ ਤੇ ਛਿੱਲੜ ਨੂੰ ਕੀ ਕਰੋਗੇ? ਐਕਚੁਅਲੀ ਦੋਨੋਂ ਹੀ ਚੀਜ਼ਾਂ ਠੀਕ ਚਾਹੀਦੀਆਂ। ਗਿਰੀ ਦੇ ਉੱਤੇ ਛਿੱਲੜ ਕਿਉਂ ਹੈ? ਗਿਰੀ ਦੇ ਉੱਤੇ ਛਿੱਲੜ ਕਿਉਂ ਹੈ? ਛਿੱਲੜ ਗਿਰੀ ਦੀ ਰੱਖਿਆ ਕਰਦੇ। ਲੈ ਤੁਸੀਂ ਦੇਖੋ, ਬਦਾਮ ਤੋੜ ਕੇ ਉਹਦੀਆਂ ਗਿਰੀਆਂ ਨੇ, ਉਹ ਤੁਸੀਂ ਇੱਕ ਹਫ਼ਤਾ ਵੀ ਥਾਲੀ 'ਚ ਪਾ ਕੇ ਖੁੱਲ੍ਹੇ ਥਾਂ 'ਤੇ ਰੱਖ ਦਿਓ, ਉਹਨੂੰ ਉਲੀ ਲੱਗਣੀ ਸ਼ੁਰੂ ਹੋ ਜਾਏ, ਉਹ ਬਦਾਗਰੀ ਖਰਾਬ ਹੋਣੀ ਸ਼ੁਰੂ ਹੋ ਜਾਣੀ। ਛਿੱਲੜ ਉੱਤੇ ਹੈ, ਚਾਹੇ ਸਾਲਾਂ ਬੱਦੀ ਰੱਖੋਗੇ ਬਦਾਮ ਨਹੀਂ ਖਰਾਬ ਹੋਏਗਾ। ਛਿੱਲੜ ਸੁਰੱਖਿਆ ਲਈ ਹੈ ਵੀ ਇਹਦੇ ਵਿੱਚ ਜਿਹੜੀ ਚੀਜ਼ ਹੈ ਉਹ ਸੁਰੱਖਿਅਤ ਰਹੇ। ਆ ਪੰਜ ਕਕਾਰ ਇਸ ਲਈ ਨੇ ਕਿ ਸਾਡੇ ਅੰਦਰ ਜਿਹੜੀ ਨਾਮ ਬਾਣੀ ਸਿੱਖੀ ਹੈ ਉਹ ਸੁਰੱਖਿਅਤ ਰਹੇ, ਸੁਰੱਖਿਅਤ ਰਹੇ। ਸਾਨੂੰ ਕਕਾਰ ਵੇਖ ਕੇ ਦਸਮ ਪਾਤਸ਼ਾਹ ਯਾਦ ਆਉਂਦੇ ਰਹਿਣ। ਅਸੀਂ ਕੁਝ ਵੀ ਕਰਨ ਲੱਗੀਏ ਸਾਨੂੰ ਇੱਕਦਮ ਖਿਆਲ ਆ ਜਾਏ ਬਈ ਜਦੋਂ ਦਸਮ ਪਾਤਸ਼ਾਹ ਦੇ ਅਸੀਂ ਕਕਾਰ ਪਾਏ ਨੇ ਉਹ ਸਾਡੇ ਨਾਲ ਹੀ ਨੇ, ਨਾਲ ਹੀ।
ਤੇ ਕਈਆਂ ਨੂੰ ਤੇ ਇੰਨੇ ਦੇਖੋ, ਪੀਰ ਬੁੱਧੂ ਸ਼ਾਹ ਭੰਗਾਣੀ ਦੇ ਯੁੱਧ 'ਚ ਉਹਦੇ ਮਰੀਦਾਂ ਨੇ, ਉਹਦੇ ਭਰਾਵਾਂ ਰਿਸ਼ਤੇਦਾਰਾਂ ਨੇ ਉੱਥੇ ਕੁਰਬਾਨੀਆਂ ਦਿੱਤੀਆਂ ਦਸਮ ਪਾਤਸ਼ਾਹ ਨਾਲ ਰਲ ਕੇ। ਪੀਰ ਬੁੱਧੂ ਸ਼ਾਹ ਹੁਣ ਵਾਪਸ ਡੋਰੇ ਆਉਣ ਲੱਗੇ ਨੇ ਅਤੇ ਆਗਿਆ ਮੰਗਣ ਲੱਗੇ ਦਸਮ ਪਾਤਸ਼ਾਹ ਤੋਂ। ਦਸਮ ਪਾਤਸ਼ਾਹ ਉਦੋਂ ਕੇਸਾਂ 'ਚ ਕੰਗਾ ਫੇਰ ਰਹੇ ਸਨ। ਪੀਰ ਬੁੱਧੂ ਸ਼ਾਹ ਕਹਿੰਦੇ, ਪੀਰ ਜੀ ਅਸੀਂ ਤੁਹਾਡੇ 'ਤੇ ਬਹੁਤ ਖੁਸ਼ ਹਾਂ, ਮੰਗੋ ਕੀ ਮੰਗਦੇ ਹੋ? ਕਹਿੰਦੇ ਨਾ, ਕਹਿ ਜੀ ਜੇ ਤੁਸੀਂ ਖੁਸ਼ ਹੋਏ ਨਾ, ਇਹ ਕੰਗਾ ਦੇ ਦਿਓ ਅਤੇ ਕੰਗੇ ਦੇ ਵਿੱਚ ਜਿਹੜੇ ਵਾਲ ਅੜੇ ਹੋਏ ਨੇ ਬਸ ਮੈਨੂੰ ਉਹ ਦੇ ਦਿਓ। ਦੇਖੋ, ਉਹਨੇ ਉਹਨੂੰ ਲਿਆ ਕੇ ਡੱਬੇ 'ਚ ਬੰਦ ਕਰਕੇ ਇੱਕ ਕੰਧ ਚਿਣੀ ਵਿੱਚ ਉਹ ਡੱਬਾ ਰੱਖਤਾ, ਕਿ ਉਹਨੂੰ ਪਤਾ ਸੀ ਕਿ ਇਸ ਵੇਲੇ ਜਿਹੜਾ ਨਵਾਬ ਹੈ ਉਹ ਦਸਮ ਪਾਤਸ਼ਾਹ ਦੇ ਵਿਰੁੱਧ ਹੈ। ਜਦੋਂ ਦਸਮ ਪਾਤਸ਼ਾਹ ਤੋਂ ਚਲੇ ਗਏ, ਨਵਾਬ ਨੇ ਮੈਨੂੰ ਜ਼ਰੂਰ ਸਜ਼ਾ ਦੇਣੀ ਹੈ, ਔਰ ਦਿੱਤੀ ਵੀ ਉਸਨੇ। ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ। ਸਮਾਂ ਪਿਆ, ਬੰਦਾ ਬਹਾਦਰ ਆਇਆ, ਉਹ ਜੋ ਟਹਿਰੀ ਹੈ ਤੇ ਉਸ ਡੱਬਾ ਲੱਭ ਗਿਆ। ਉਹ ਦੇਖਿਆ ਵੀ ਉਹ ਇਸ 'ਚ ਇੱਕ ਕੰਘਾ ਪਿਆ, ਵਾਲ ਪਏ ਨੇ ਅਤੇ ਸਰੋਪਾ ਪਿਆ ਵਿੱਚ। ਉਹ ਫਿਰ ਕਿਤੇ ਸੰਭਾਲ ਕੇ ਰੱਖਿਆ ਹੋਇਆ ਸੀ। ਅਸੀਂ ਉਹਦੇ ਸ਼ਾਇਦ ਧਨ ਮੰਗ ਲੈਂਦੇ, ਕੋਈ ਪੁੱਤ ਮੰਗ ਲੈਂਦੇ, ਕੁਛ ਹੋਰ ਮੰਗ ਲੈਂਦੇ। ਉਹਨੇ ਕਿਹਾ ਜੇ ਤੁਸੀਂ ਖੁਸ਼ ਹੋਏ ਨਾ, ਬਸ ਆ ਕੰਘਾ ਦੇ ਦਿਓ, ਵਾਲ ਦੇ ਦਿਓ। ਅਤੇ ਉਹਦਾ ਕਿੰਨੇ ਪਿਆਰ ਸਤਿਕਾਰ ਨਾਲ ਰੱਖਿਆ। ਸੋ ਇਹ ਹੈ ਜਿਹੜੇ ਸਾਡੇ ਕਕਾਰ ਨੇ, ਇਹ ਸਾਨੂੰ ਯਾਦ ਕਰਾਉਂਦੇ ਰਹਿੰਦੇ ਨੇ ਦਸਮ ਪਾਤਸ਼ਾਹ ਦਾ, ਤਾਂ ਜੋ ਭਾਈ ਤੂੰ ਥੋੜ੍ਹਾ ਜਿਹਾ ਸਾਵਧਾਨ ਰਹਿ, ਤੇਰੇ ਅੰਦਰ ਜੋ ਨਾਮ ਬਾਣੀਆਂ ਉਹ ਕਾਇਮ ਰਹੇ, ਸੁਰੱਖਿਅਤ ਰਹੇ। ਕਿਉਂ? ਇਹਨਾਂ ਦਾ ਸ਼ਰਮ ਦਾ ਮਾਰਾ ਵੀ ਲੋਕ ਕੀ ਕਹਿਣਗੇ ਵੀ ਅੰਮ੍ਰਿਤਧਾਰੀ ਨੇ ਆਹ ਕੰਮ ਕੀਤਾ। ਕਈ ਵਾਰੀ ਆਪਾਂ ਨੂੰ ਇਸ ਗੱਲ ਦੀ ਵੀ ਸ਼ਰਮ ਆਉਂਦੀ ਹੈ ਵੀ ਲੋਕ ਕੀ ਕਹਿਣਗੇ। ਬਚਾ ਲਿਆ ਕਿਤੇ ਨਾ ਗੱਲ। ਇਸ ਲਈ ਜਿਹੜਾ ਬਾਹਰਲਾ ਪਹਿਰਾਵਾ ਹੈ, ਬਾਹਰਲੀ ਜਿਹੜੀ ਛਿੱਲੜ ਹੈ, ਅੰਦਰਲੀ ਗਿਰੀ ਨੂੰ ਸੁਰੱਖਿਅਤ ਰੱਖਣ ਲਈ ਹੈ। ਪਰ ਜੇ ਇੱਧਰ ਗਿਰੀ ਕੋਈ ਨਹੀਂ ਤੇ ਛਿੱਲੜ ਦਾ ਵੀ ਲਾਭ ਕੋਈ ਨਹੀਂ। ਫਿਰ ਛਿੱਲੜ ਦਾ ਵੀ ਲਾਭ ਕੋਈ ਨਹੀਂ। ਗਿਰੀ ਵੀ ਚਾਹੀਦੀ ਹੈ, ਛਿੱਲੜ ਵੀ ਚਾਹੀਦੀ ਹੈ, ਦੋਨੋਂ ਚੀਜ਼ਾਂ ਚਾਹੀਦੀ। ਸੋ ਗੁਰੂ ਮਹਾਰਾਜ ਕਹਿੰਦੇ, ਜਨ ਕੀ ਉਪਮਾ ਤੁਝੇ ਵਡਈਆ। ਹੇ ਪਰਮਾਤਮਾ, ਤੇਰੇ ਜਨ ਦੀ, ਤੇਰੇ ਭਗਤ ਦੀ ਵਡਿਆਈ ਤੇਰੀ ਹੀ ਵਡਿਆਈ ਹੈ। ਇਹ ਤੇਰੀ ਵਡਿਆਈ ਹੈ। ਰਹੋ ਮੰਦਰ ਘਰ ਆਨੰਦ ਹਰ, ਹਰ ਜਸ ਮਨ ਭਾਵੈ। ਸਭ ਰਸ ਮੀਠੇ ਮੁਖ ਲੱਗੇ, ਜਾਂ ਹਰ ਗੁਣ ਗਾਵੈ। ਹਰ ਜਨ ਪਰਿਵਾਰ ਸਧਾਰ ਹੈ, ਇੱਕੀ ਕੁਲਈ ਸਭ ਜਗਤ ਛਿੜਾਵੇ। ਮੰਦਰ ਘਰ ਆਨੰਦ ਹਰ, ਹਰ ਜਸ ਮਨ ਭਾਵੇ। ਜਿਹਦੇ ਮਨ ਨੂੰ ਹਰੀ ਜਸ ਚੰਗਾ ਲੱਗਦਾ ਹੈ, ਉਹਦੇ ਘਰ ਰੂਪੀ ਮੰਦਰ ਆਨੰਦਦਾਇਕ ਹੈ। ਉਹਦਾ ਹਿਰਦਾ ਆਨੰਦ ਨਾਲ ਭਰ ਜਾਂਦਾ। ਇੱਥੇ ਮੰਦਰ ਘਰ ਤੋਂ ਭਾਵ ਹਿਰਦੇ ਤੋਂ ਹੈ। ਜਿਹੜਾ ਹਰੀ ਦਾ ਜਸ ਮਨ ਨਾਲ ਗਾਉਂਦਾ ਹੈ, ਉਹਦੇ ਮਨ 'ਚ ਆਨੰਦ ਹੀ ਆਨੰਦ ਹੈ, ਉਹਦੇ ਘਰ 'ਚ ਆਨੰਦ ਹੀ ਆਨੰਦ ਹੈ। ਸਭ ਰਸ ਮੀਠੇ ਮੁਖ ਲੱਗੇ, ਜਾਂ ਹਰ ਗੁਣ ਗਾਵੇ। ਜਦੋਂ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਤਾਂ ਐ ਸਮਝੋ ਸਾਰੇ ਮਿੱਠੇ ਪਦਾਰਥ ਖਾ ਰਿਹਾ ਹੈ।
ਉਹ ਸਮਝੋ ਸਾਰੇ ਮਿੱਠੇ ਪਦਾਰਥ ਮੂੰਹ ਨਾਲ ਖਾ ਰਿਹਾ ਹੈ। ਹਰ ਜਨ ਪਰਿਵਾਰ ਸੁਧਾਰ ਹੈ, ਹਰ ਜਨ ਹਰੀ ਦਾ ਜਨ, ਹਰੀ ਦਾ ਭਗਤ। ਸਾਰੇ ਪਰਿਵਾਰ ਦਾ ਆਸਰਾ ਹੁੰਦਾ ਹੈ ਸਰਦਾਰ, ਸਾਰੇ ਪਰਿਵਾਰ ਨੂੰ ਆਸਰੇ ਸਹਿਤ ਕਰਦਾ ਹੈ। ਕਿਉਂਕਿ ਨਾਮ ਜਪਣ ਵਾਲਾ ਬੰਦਾ ਸਵਾਰਥੀ ਨਹੀਂ ਹੁੰਦਾ। ਤੁਹਾਡੀ ਮਾਂ ਪਾਠ ਕਰ ਰਹੀ ਹੈ, ਉਹ ਜ਼ਰੂਰ ਤੁਹਾਡਾ ਭਲਾ ਮੰਗੇਗੀ, ਮੇਰਾ ਆਪਣਾ ਤਾਂ ਨਹੀਂ ਕਹੇਗੀ ਵੀ ਹਾਂਜੀ ਇਹ ਦਫਾ ਹੋਣ ਜਿਸੇ ਫਿਰਦੇ ਫਿਰੀ ਜਾਣਦੇ ਹਨ, ਮੇਰਾ ਭਲਾ ਹੋਣਾ ਚਾਹੀਦਾ। ਨਹੀਂ, ਉਹ ਪਰਿਵਾਰ ਦਾ ਭਲਾ ਮੰਗੇਗੀ। ਨਾਮ ਇੱਕ ਬੰਦਾ ਜਪਦਾ ਪਰਿਵਾਰ 'ਚ, ਭਲਾ ਸਾਰੇ ਪਰਿਵਾਰ ਦਾ ਹੋ ਜਾਂਦਾ। ਧਰਮ ਤੇ ਇੱਥੋਂ ਤੱਕ ਕਹਿੰਦਾ ਵੀ ਜੇ ਤੁਸੀਂ ਨਹੀਂ ਵੀ ਅਰਦਾਸ ਕਰਦੇ ਤਾਂ ਤੁਹਾਡੀ ਭਜਨ ਬੰਦਗੀ ਦਾ ਕੁਝ ਹਿੱਸਾ ਤੁਹਾਡੇ ਮਾਤਾ ਪਿਤਾ ਨੂੰ ਆਪਣੇ ਆਪ ਮਿਲਦਾ ਰਹਿੰਦਾ ਹੈ। ਜਿਉਂਦੇ ਨੇ ਤਾਂ ਵੀ, ਸਵਰਗਵਾਸ ਹੋ ਗਏ ਨੇ ਤਾਂ ਵੀ, ਉਹ ਕੁਝ ਹਿੱਸਾ ਉਹਨਾਂ ਤੱਕ ਆਪਣੇ ਆਪ ਪਹੁੰਚਦਾ ਰਹਿੰਦਾ ਅਤੇ ਉਹਨਾਂ ਦਾ ਜਿਸ ਵੀ ਜੂਨੀ ਹਨ ਉਹਨਾਂ ਦਾ ਭਲਾ ਹੁੰਦਾ ਰਹਿੰਦਾ ਹੈ। ਭਲਾ ਹੁੰਦਾ। ਇਸ ਲਈ ਆਪ ਵੀ ਜਪੋ। ਜਦੋਂ ਆਪਾਂ ਜਪਾਂਗੇ ਸਾਡੀ ਸੰਗਤ ਕਰਕੇ ਹੋਰ ਵੀ ਜਪਣ ਲੱਗ ਜਾਣਗੇ, ਹੋਰ ਜਪਣ ਲੱਗ ਜਾਣਗੇ। ਆਹ ਸਾਰਾ ਕੁਛ ਇਉਂ ਬਣਿਆ। ਪਰਮਾਤਮਾ ਨੇ ਸੋਚਿਆ ਵੀ ਯਾਰ ਇਸ ਬੰਦੇ ਨੂੰ ਪਾਠ ਆਉਂਦਾ, ਕਿਉਂ ਨਾ ਇਸ ਤੋਂ ਲਾਭ ਲਈਏ, ਲਾਭ ਲਈਏ। ਸਥਾਨ ਬਣਾਇਆ, ਬੀਬੀ ਜੀ ਤਿਆਰ ਹੋ ਗਏ, ਕਿਉਂਕਿ ਦੋਨਾਂ ਜੀਆਂ ਦੀ ਰਾਏ ਤੋਂ ਬਿਨਾਂ ਨਹੀਂ ਕੋਈ ਚੀਜ਼ ਬਣ ਸਕਦੀ ਹੁੰਦੀ। ਫਿਰ ਉਹ ਕਹਿੰਦੇ ਵੀ ਦੇਖੋ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ, ਕਿਉਂ? ਹੇਠਾਂ ਸਾਡੇ ਨਾਮ 'ਤੇ ਪਲਾਟ ਹੈ, ਉੱਤੇ ਜੋ ਬਣੇਗਾ ਉਹ ਸਾਡੇ ਨਾਂ 'ਤੇ ਹੀ ਬਣੇਗਾ ਨਾ। ਰੱਬ ਨਾ ਕਰੇ ਕੁਝ ਸਾਲਾਂ ਨੂੰ ਆਪਾਂ ਇਹ ਕੰਮ ਬੰਦ ਕਰ ਦਈਏ ਕਿਸੇ ਕਾਰਨ, ਹਾਲਾਤ ਦਾ ਕੋਈ ਪਤਾ ਨਹੀਂ ਹੁੰਦਾ। ਫਿਰ ਲੋਕ ਕਹਿਣਗੇ ਮਾਸਟਰ ਬੜੇ ਚਲਾਕ ਨਿਕਲੇ ਨੇ, ਸਾਡੇ ਪੈਸੇ ਦੀ ਬਿਲਡਿੰਗ ਬਣਾ ਕੇ ਹੁਣ ਕਹਿੰਦੇ ਸਾਡੀ ਤਾਂ ਸਲਾਹ ਰਹਿ ਗਈ ਹੈ। ਕਹਿੰਦੇ ਆਪਾਂ ਔਖੇ ਪਾਈਏ ਸੌਖੇ ਪਾਈਏ, ਆਪਣੇ ਪੈਸਿਆਂ ਦਾ ਇਹ ਸਾਰਾ ਬਣਾਉਣਾ ਹੈ। ਨਹੀਂ ਤਾਂ ਸੰਗਤ ਕਹਿੰਦੀ ਸੀ ਕੋਈ ਸਾਡੇ ਤੋਂ ਸੀਮਿੰਟ ਲੈ ਲਓ ਜੀ, ਕੋਈ ਕਹਿੰਦਾ ਲੋਹਾ ਲੈ ਲਓ ਜੀ, ਕੋਈ ਪੈਸੇ ਲੈ ਲਓ। ਮੈਂ ਦੇਖੋ ਭਾਈ ਮੇਰੀ ਗੱਲ ਸੁਣ ਲਓ, ਇਹ ਅਸੀਂ ਪਹਿਲਾਂ ਹੀ ਸੋਚ ਰੱਖੇ। ਮੈਂ ਪਲਾਟ ਸਾਡੇ ਨਾਂ 'ਤੇ ਹੈ, ਰੱਬ ਨਾ ਕਰੇ ਤੁਹਾਡੇ ਤੋਂ ਪੈਸੇ ਇਕੱਠੇ ਕਰਕੇ ਅਸੀਂ ਬਿਲਡਿੰਗ ਬਣਾ ਲਈਏ, ਕਿਸੇ ਕਾਰਨ ਕਰਕੇ ਸਾਡੀ ਸਲਾਹ ਰਹਿ ਜੇ, ਹਾਲਾਤ ਬਦਲ ਜਾਏ, ਕੁਝ ਵੀ ਹੋ ਸਕਦਾ ਹੁੰਦਾ। ਤੁਸੀਂ ਕਹੋਗੇ ਮਾਸਟਰ ਕਿੰਨੇ ਚਲਾਕ ਨਿਕਲੇ ਨੇ, ਸਾਡੇ ਤੋਂ ਪੈਸੇ ਲੈ ਕੇ ਬਿਲਨੇ ਬਣਾ ਕੇ ਹੁਣ ਕਹਿੰਦੇ ਸਾਡੇ ਤੋਂ ਸਲਾਹ ਰਹਿ ਗਈ, ਅਸੀਂ ਨਹੀਂ ਲੈਣੀ। ਅਖੀਰ 'ਚ ਸਾਰੀ ਬਿਲਡਿੰਗ ਬਣ ਗਈ। 267 ਨੰਬਰ ਵਾਲੇ ਸਰਦਾਰ ਦਵਿੰਦਰ ਸਿੰਘ FCI 'ਚ ਸਨ, ਅਜੇ ਵੀ ਜਾਂਦੇ ਨੇ, ਉਹ ਆ ਗਏ। ਕਹਿ ਜੀ ਮੈਂ ਪੱਖੇ ਦੇਣੇ ਨੇ। ਮੈਂ ਤੇ ਮਿਸਿਸ ਸਲਾਹ ਕਿ ਹਾਂ, ਮਿਸਿਸ ਕਹਿੰਦੀ ਚਲੋ ਤੇ ਕੋਈ ਗੱਲ ਨਹੀਂ, ਚਲੋ ਆਪਾਂ 500 ਦੇ ਜੇ ਬੰਦ ਵੀ ਕਰ ਦਿੰਦੇ ਹਾਂ ਤਾਂ ਆਪਾਂ ਕਿ ਭਰਾਵਾ ਆਪਾਂ ਆਪਣੇ ਪੱਖੇ ਲਾ ਕੇ ਲੈ ਜਾ, ਇਹ ਤਾਂ ਲਾਹੇ ਜਾ ਸਕਦੇ। ਅਸੀਂ ਕਹੇ ਚੰਗਾ ਭਾਈ ਤੂੰ ਪੱਖੇ ਦੇ ਜਾ। ਉਹ ਆਹੀ ਕਿਉਂਕਿ ਪਰਮਾਤਮਾ ਨੇ ਮੇਰੇ ਤੋਂ ਵੀ ਫਾਇਦਾ ਉਠਾਉਣਾ ਸੀ ਅਤੇ ਤੁਹਾਨੂੰ ਵੀ ਇਸ ਪਾਸੇ ਲਾਉਣਾ ਸੀ। ਸਤ ਸੰਗਤ ਕਰਦੇ ਰਹੇ, ਦੇਖੋ ਆਪਾਂ ਕਿੱਥੇ ਦੇ ਕਿੱਥੇ ਪਹੁੰਚ ਗਏ। ਸਤ ਸੰਗਤ ਵੀ ਵੱਡੇ ਭਾਗਾਂ ਨਾਲ ਨਸੀਬ ਹੁੰਦੀ ਹੈ, ਇਹ ਉਂਝ ਨਹੀਂ ਨਸੀਬ ਹੁੰਦੀ, ਵੱਡੇ ਭਾਗਾਂ ਨਾਲ ਨਸੀਬ ਹੁੰਦੀ ਹੈ। ਇਸ ਲਈ ਜਿੱਦੇ ਵੀ ਸਤ ਸੰਗਤ ਕਰੋ, ਕਹੇ ਸੱਚੇ ਪਾਤਸ਼ਾਹ ਅੱਜ ਤੇਰੀ ਮੇਰੇ 'ਤੇ ਬੜੀ ਕਿਰਪਾ ਹੈ, ਤੂੰ ਮੈਨੂੰ ਸਤ ਸੰਗਤ ਬਖਸ਼ੀ ਹੈ। ਸੋ ਇਸ ਲਈ ਕਹਿੰਦੇ ਹਰ ਜਨ ਪਰਿਵਾਰ ਸੁਧਾਰ ਹੈ। ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਸਾਰੇ ਪਰਿਵਾਰ ਦਾ ਆਸਰਾ ਬਣਦਾ ਹੋ। ਇੱਕ ਹੀ ਕੁਲੇ ਸਭ ਜਗਤ ਛੁਡਾਵੇ।
ਇੱਕੀ ਕੁਲਾਂ ਦਾ ਪਾਰ ਉਤਾਰਾ ਕਰ ਦਿੰਦਾ। ਤੁਸੀਂ ਕਹੋ ਜੀ ਉਹ ਕਿਹੜੀਆਂ ਹੁੰਦੀਆਂ ਨੇ? 7 ਬਾਪ ਦੀਆਂ, ਬਾਪ ਉਹਦੇ ਅੱਗੇ ਸਾਰੇ ਬੱਚੇ, ਦਾਦਾ ਉਹਦੇ ਅੱਗੇ ਸਾਰੇ ਬੱਚੇ ਰਿਸ਼ਤੇਦਾਰ, ਪੜਦਾਦਾ ਉਹਦੇ ਅੱਗੇ ਸਾਰੇ ਬੱਚੇ ਰਿਸ਼ਤੇਦਾਰ, ਪੜਦਾਦੇ ਦਾ ਬਾਪ, ਉਹਦਾ ਬਾਪ, ਉਹਦਾ ਬਾਪ, ਉਹਦਾ ਬਾਪ, ਇਸ ਤਰ੍ਹਾਂ 7 ਕੁਲਾਂ, ਚਾਹੇ ਸੈਂਕੜੇ ਮੈਂਬਰ ਕਿਉਂ ਨਾ ਹੋ ਜਾਣ 7 ਕੁਲਾਂ ਦੇ, ਸਾਰੀਆਂ ਕੁਲਾਂ ਨੂੰ ਉਤਾਰ ਦਿੰਦਾ। 7 ਮਾਂ ਦੀਆਂ, ਮਾਂ ਦੀ ਮਾਂ, ਮਾਂ ਦੀ ਮਾਂ, ਮਾਂ ਦੀ ਮਾਂ, ਅੱਗੇ ਉਹਨਾਂ ਦੇ ਬੱਚੇ। ਅਤੇ ਜੇ ਉਹ ਵਿਆਹ ਹੋਇਆ ਤਾਂ 7 ਸਹੁਰੇ ਦੀਆਂ ਕੁਲਾਂ, 7 ਕੁਲਾਂ ਸਹੁਰੇ ਦੀ ਉਤਾਰ ਦਿੰਦਾ। ਭਗਤ 21 ਕੁਲਾਂ ਉਤਾਰ ਦਿੰਦਾ। ਕਿੱਡਾ ਵੱਡਾ ਉਹ ਬੰਦਾ ਪਰਉਪਕਾਰ ਕਰਦਾ ਹੈ। ਉਹ ਕੋਈ ਅਰਦਾਸ ਨਹੀਂ ਕਰਦਾ ਮੇਰੇ ਕੁਲਾਂ ਤਰ ਜਾਣ, ਨਾ, ਪਰਮਾਤਮਾ ਖੁਸ਼ ਹੋ ਕੇ। ਹੁਣ ਦੇਖੋ ਜਿਹੜਾ ਪ੍ਰਹਿਲਾਦ ਹੈ, ਉਹਦਾ ਬਾਪ ਉਹਨੂੰ ਕਿੰਨਾ ਤੰਗ ਕਰਦਾ, ਕਦੇ ਪਹਾੜ ਤੋਂ ਸੁੱਟਦਾ ਹੈ, ਕਦੇ ਅੱਗ 'ਚ ਸੜਦਾ ਹੈ, ਕਦੇ ਪਾਣੀ ਡੋਬਦਾ ਹੈ, ਕਦੇ ਕੁਛ ਕਰਦਾ ਹੈ, ਕਦੇ ਤੱਤੇ ਥੰਮਾ ਨਾਲ ਲੈਂਦਾ ਹੈ। ਪਰ ਪ੍ਰਹਿਲਾਦ ਪਰਮਾਤਮਾ ਦਾ ਭਗਤ ਹੈ। ਜਦੋਂ ਪਰਮਾਤਮਾ ਨਰਸਿੰਘ ਦਾ ਰੂਪ ਧਾਰਨ ਕਰਕੇ ਉਹਦੇ ਬਾਪ ਨੂੰ ਲੱਗਾ ਮਾਰਨ, ਕਹਿੰਦਾ ਜੀ ਇਹਦੀ ਮੁਕਤੀ ਕਰ ਦਿਓ, ਇਹਦੀ ਮੁਕਤੀ ਕਰ ਦਿਓ, ਵੀ ਇਹ ਕਿਸੇ ਨਖਿੱਧ ਜੂਨੀ ਜੀ ਨੂੰ ਚਲੇ ਜਾਏ ਮੇਰਾ ਬਾਪ। ਚਲੋ ਇਹ ਅਗਿਆਨੀ ਸੀ, ਇਹ ਕਰਦਾ ਰਿਹਾ, ਇਹਨੂੰ ਗਿਆਨ ਨਹੀਂ ਸੀ, ਇਹ ਅਗਿਆਨਤਾ ਜੇ ਕੁਛ ਕਰਦਾ ਰਿਹਾ ਤਾਂ ਵੀ ਆਪਣੇ ਬਾਪ ਨੂੰ ਤਾਰ ਗਿਆ। ਹਾਲਾਂਕਿ ਉਹਦਾ ਬਾਪ ਕਿੰਨਾ ਵਿਰੋਧੀ ਹੈ, ਕਿੰਨਾ ਦੁਖੀ ਕਰਦਾ ਹੈ। ਸੋ ਇਸ ਲਈ ਜਿਹੜੇ ਭਗਤ ਹੁੰਦੇ ਨੇ, ਇਹ 21 ਕੁਲਾਂ ਦਾ ਪਰਮਾਤਮਾ ਆਪਣੇ ਆਪ ਹੀ ਭਲਾ ਕਰ ਦਿੰਦਾ। ਹੋਰ ਜਿਹੜਾ ਉਹਦੀ ਸੰਗਤ ਕਰਦਾ ਹੈ, ਉਹਦਾ ਵੀ ਭਲਾ ਹੋ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਨਾਮ ਜਪਦੇ ਨੇ ਉਹਨਾਂ ਨੇ ਤਾਂ ਛੁਟਕਾਰਾ ਹੋਣਾ ਹੀ ਹੋਣਾ, ਜਿਹੜੇ ਉਹਨਾਂ ਦੇ ਨਾਲ ਸੰਗਤ ਕਰਦੇ ਨੇ ਉਹਨਾਂ ਦਾ ਵੀ ਹੋ ਜਾਂਦਾ ਹੈ। ਗੁਰੂ ਦੀ ਸੰਗਤ ਦਾ, ਸਾਧੂ ਦੀ ਸੰਗਤ ਦਾ ਆਹੀ ਫਾਇਦਾ। ਗੁਰੂ ਨੇ ਵੀ ਨਾਮ ਜਪਣਾ ਤੇ ਜਪਾਉਣਾ, ਸਾਧੂ ਨੇ ਵੀ ਨਾਮ ਜਪਣਾ ਤੇ ਜਪਾਉਣਾ, ਅਤੇ ਜਦੋਂ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਤਾਂ ਅਸੀਂ ਵੀ ਨਾਮ ਜਪਾਂਗੇ, ਆਪੇ ਸਾਡਾ ਭਲਾ ਹੋ ਗਿਆ। ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਇਂਦਾ, ਆਪੇ ਵਰਤਾਈ। ਹੇ ਪਰਮਾਤਮਾ, ਜੋ ਕੁਛ ਕੀਆ ਸੋ ਹਰ ਕੀਆ, ਜੋ ਕੁਛ ਅਸੀਂ ਕੀਤਾ ਉਹ ਤੇ ਤੂੰ ਕਰਾਇਆ। ਜੋ ਕੁਛ ਅਸੀਂ ਕੀਤਾ ਹੇ ਪਰਮਾਤਮਾ ਤੇ ਤੂੰ ਕੀਤਾ, ਤੂੰ ਸਾਡੇ ਤੋਂ ਕਰਾਇਆ। ਹਰ ਕੀ ਵਡਿਆਈ, ਉਹਦੀ ਵਡਿਆਈ ਇਹੀ ਹੈ, ਵਡਿਆਈ ਇਹੀ ਕਰਦਾ ਉਹ ਆਪ ਹੈ, ਵਡਿਆਈ ਸਾਨੂੰ ਦਿੰਦਾ ਵੀ ਤੁਸੀਂ ਕੀਤਾ। ਸਾਡੇ ਵਿੱਚ ਬੈਠ ਕੇ ਕਰਦਾ ਉਹ ਆਪ ਹੈ, ਪਰ ਵਡਿਆਈ ਸਾਡੀ ਕਰਾਉਂਦਾ। ਹਾਂ ਜੀ, ਬੜੀ ਭਜਨਬੰਦਗੀ ਕਰਦਾ ਜੀ, ਭਾਈ ਇਹ ਕਰਦਾ, ਕਰ ਉਹੀ ਬੈਠਾ ਹੋਵੇ ਅੰਦਰ ਕਰ ਰਿਹਾ, ਉਹ ਕਰਾ ਰਿਹਾ ਤਾਂ ਹੀ ਅਸੀਂ ਕਰਾਂਗੇ। ਜੇ ਉਹ ਭਜਨਬੰਦਗੀ ਸਾਡੇ ਤੋਂ ਕਰਾਵੇ ਹੀ ਨਾ, ਸਾਡਾ ਮਨ ਹੀ ਨਹੀਂ ਕਰ ਸਕਦਾ ਇਸ ਪਾਸੇ ਨੂੰ। ਇਹ ਤਾਂ ਅੰਦਰੋਂ ਪ੍ਰੇਰਦਾ ਹੋ ਸਾਨੂੰ, ਇਸ ਲਈ ਅਸੀਂ ਇਸ ਪਾਸੇ ਨੂੰ ਲੱਗੇ ਰਹਿੰਦੇ। ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ। ਹੇ ਪਰਮਾਤਮਾ, ਸਾਰੇ ਜੀਵ ਤੇਰੇ ਨੇ, ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ, ਵਸਦਾ ਹੈ। ਹਰ ਪੂਜ ਕਰਾਈ, ਹੇ ਪਰਮਾਤਮਾ, ਤੂੰ ਆਪਣੀ ਪੂਜਾ ਵੀ ਆਪ ਹੀ ਜੀਵਾਂ ਤੋਂ ਕਰਵਾ ਰਿਹਾ ਹੈ। ਹਰ ਭਗਤ ਭੰਡਾਰ ਲਹਾਇਂਦਾ, ਆਪੇ ਵਰਤਾਈ। ਪਰਮਾਤਮਾ ਭਗਤੀ ਦਾ ਭੰਡਾਰ ਜਿਹੜਾ ਹੈ
ਫਿਰ ਉਹ ਇਨਸਾਨ ਬਖਸ਼ਦਾ, ਆਪੇ ਹੀ ਭਗਤੀ ਦਾ ਭੰਡਾਰ ਉਹਨੂੰ ਵਰਤਾਉਂਦਾ ਹੈ, ਉਹਨੂੰ ਬਖਸ਼ਦਾ ਹੈ। ਲਾਲਾ ਹਾਟ ਬਿਹਾਜਿਆ ਕਿਆ ਤਿਸ ਚਤਰਾਈ, ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਘਾਸੀ ਕੋ ਹਰ ਨਾਮ ਕਢਾਈ, ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਲਾਲਾ ਗੁਲਾਮ ਨੂੰ ਕਹਿੰਦੇ, ਗੋਲਾ। ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤਰਾਈ, ਜਿਹੜਾ ਗੁਲਾਮ ਹੈ ਉਹ ਤੇ ਹੱਡੀ ਦੇ ਵਿਕ ਗਿਆ, ਉਹ ਹੁਣ ਕਿਹੜੀ ਚੁਸਤੀ ਚਲਾਕੀ ਕਰ ਸਕਦਾ, ਤਾਂ ਵਿਕ ਗਿਆ। ਜਦੋਂ ਐਕਚੁਅਲੀ ਕੋਈ ਵਿਅਕਤੀ ਗੁਰੂ ਅੱਗੇ ਵਿਕ ਜਾਵੇਗਾ, ਬਸ ਵਿਕਿਆ ਹੋਇਆ ਆਪਣੀ ਮਰਜ਼ੀ ਨਹੀਂ ਕਰ ਸਕਦਾ। ਨੌਕਰ ਆਪਣੀ ਮਰਜ਼ੀ ਕਰ ਸਕਦਾ ਹੈ, ਜਿਹਨੂੰ ਆਪਾਂ ਖਰੀਦ ਹੀ ਲਿਆ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ। ਸਾਡੀ ਮਰਜ਼ੀ ਉਹਨੂੰ ਜਿਹੜਾ ਮਰਜ਼ੀ ਕੱਪੜਾ ਪਾਉਣ ਨੂੰ ਦਈਏ, ਜੋ ਮਰਜ਼ੀ ਖਾਣ ਨੂੰ ਦਈਏ, ਜਿੱਥੇ ਮਰਜ਼ੀ ਰਹਿਣ ਨੂੰ ਦਈਏ, ਉਹ ਕੁਛ ਨਹੀਂ ਕਰ ਸਕਦਾ, ਕਿਉਂਕਿ ਕਿਸੇ ਨੂੰ ਖਰੀਦਿਆ ਹੋਇਆ ਹੈ। ਤੁਸੀਂ ਗਾਂ ਖਰੀਦ ਲਈਏ, ਮੱਝ ਖਰੀਦ ਲਈਏ, ਤੁਹਾਡੀ ਮਰਜ਼ੀ ਸੁੱਕੀ ਤੂੜੀ ਪਾਓ ਅਤੇ ਤੁਹਾਡੀ ਮਰਜ਼ੀ ਵੰਡ ਵਡੇਵੇ ਪਾਓ, ਉਹ ਤਾਂ ਕੁਛ ਨਹੀਂ ਤੁਹਾਨੂੰ ਕਹਿ ਸਕਦੀ। ਤੁਹਾਡੀ ਮਰਜ਼ੀ ਕੱਚੇ ਥਾਂ 'ਤੇ ਬੰਨ੍ਹੋ, ਤੁਹਾਡੀ ਮਰਜ਼ੀ ਪੱਖੇ ਥਾਂ ਨੂੰ ਬੰਨ੍ਹੋ, ਕਿਉਂਕਿ ਉਹ ਤਾਂ ਖਰੀਦੀ ਹੋਈ ਹੈ, ਉਹਦੀ ਮਰਜ਼ੀ ਨਹੀਂ ਚੱਲੇਗੀ। ਇਸ ਤਰ੍ਹਾਂ ਸਾਨੂੰ ਲਾਲੇ ਗੁਲਾਮ ਹੋਣਾ ਪੈਣਾ ਵੀ ਸਾਡੀ ਕੋਈ ਮਰਜ਼ੀ ਨਹੀਂ, ਸੱਚੇ ਪਾਤਸ਼ਾਹ ਜਿਵੇਂ ਤੁਸੀਂ ਕਹੋਗੇ ਇਸ ਦਾ ਉਵੇਂ ਕਰਾਂਗੇ, ਅਤੇ ਮੇਰੇ ਖਿਆਲ ਫਿਰ ਬਹੁਤ ਛੇਤੀ ਪ੍ਰਾਪਤੀ ਹੋ ਸਕਦੀ ਹੈ। ਕੋਈ ਬੰਦਾ ਫੈਸਲਾ ਕਰ ਲੈ ਵੀ ਹੈ ਗੁਰੂ ਮਹਾਰਾਜ, ਅੱਜ ਤੋਂ ਜੋ ਤੁਸੀਂ ਮੈਨੂੰ ਕਹੋਗੇ ਮੈਂ ਉਹੀ ਕਰਾਂਗਾ, ਆਪਣੀ ਮਰਜ਼ੀ ਨਹੀਂ ਕਰਾਂਗਾ, ਔਖਾ ਹੋਵਾਂ ਸੌਖਾ ਹੋਵਾਂ, ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ, ਅਤੇ ਸ਼ਾਇਦ ਇੱਕੋ ਸਾਲ 'ਚ ਹੀ ਪ੍ਰਾਪਤੀ ਹੋ ਜਾਏ। ਆ ਜਿਵੇਂ ਬਾਣੀ ਕਹਿੰਦੀ ਹੈ ਬਸ ਉਵੇਂ ਕਰਨਾ ਸ਼ੁਰੂ ਕਰ ਦੇਣਾ, ਇਹ ਗੁਰੂ ਦਾ ਹੁਕਮ ਹੀ ਹੈ ਨਾ। ਜਿਵੇਂ ਬਾਣੀ ਕਹਿੰਦੀ ਹੈ ਉਵੇਂ ਆਪਣੀ ਮਰਜ਼ੀ ਕਰਨੀ ਨਹੀਂ। ਬਾਣੀ ਜਿਵੇਂ ਕਹਿੰਦੀ ਹੈ ਉਵੇਂ ਕਰਨਾ, ਅਤੇ ਜੇ ਵਾਕਈ ਕੋਈ ਉਸ ਤਰ੍ਹਾਂ ਕਰਨ ਲੱਗ ਜਾਏ ਤਾਂ ਉਹਨੂੰ ਪ੍ਰਾਪਤੀ ਛੇਤੀ ਹੋ ਸਕਦੀ ਹੈ। ਪਰ ਅਸੀਂ ਤਾਂ ਆਪਣਾ ਵਿੱਚ ਦਿਮਾਗ, ਆਪਣੀ ਵਿੱਚ ਸਿਆਣਪ, ਆਪਣਾ ਮਨ ਵਿੱਚ ਲੈ ਆਉਂਦੇ ਹਾਂ, ਇਸ ਲਈ ਸਾਡੀ ਗੱਲ ਛੇਤੀ ਛੇਤੀ ਬਣਦੀ ਨਹੀਂ ਹੈ। ਕੋਈ ਜੇ ਇੰਨੇ ਹੀ ਸਮਝ ਲਏ ਕੋਈ ਸਿੱਖ ਬਈ ਗੁਰੂ ਮਹਾਰਾਜ ਹਰ ਵਕਤ ਮੈਨੂੰ ਵੇਖ ਰਹੇ ਹਨ, ਕਿਤੇ ਇਹੀ ਵਿਸ਼ਵਾਸ ਆ ਜਾਏ, ਮੈਨੂੰ ਤਾਂ ਅਜੇ ਤੱਕ ਬੱਝਿਆ ਨਹੀਂ ਐਵੇਂ ਕਹੀਏ। ਮੈਂ ਦਾਅਵੇ ਨਾ ਕਰਨਾ ਕਿ ਅਗਰ ਕਿਸੇ ਸਿੱਖ ਨੂੰ ਇਹ ਵਿਸ਼ਵਾਸ ਆ ਜਾਏ ਕਿ ਗੁਰੂ ਮਹਾਰਾਜ ਮੈਨੂੰ ਹਰ ਵਕਤ ਵੇਖ ਰਹੇ ਨੇ, ਕੀ ਅਸੀਂ ਗਲਤ ਸੋਚਾਂਗੇ? ਨਹੀਂ, ਉਹਨੂੰ ਪਤਾ ਹੈ, ਉਹ ਜਾਣੀ ਜਾਣਾ। ਕੀ ਅਸੀਂ ਗਲਤ ਕਰਾਂਗੇ? ਬਿਲਕੁਲ, ਉਹ ਵੇਖ ਰਹੇ ਨੇ। ਨਾ ਅਸੀਂ ਗਲਤ ਸੋਚਾਂਗੇ, ਨਾ ਅਸੀਂ ਗਲਤ ਕਰਾਂਗੇ। ਜੇ ਭਜਨ ਬੰਦਗੀ ਨਹੀਂ ਕਰਦੇ, ਉਹ ਵੇਖ ਰਿਹਾ ਵੀ ਵਿਹਲਾ ਬੈਠਾ ਹੈ, ਵਿਹਲਾ ਬੈਠਾ, ਇਹ ਭਜਨ ਬੰਦਗੀ ਨਹੀਂ ਕਰਦਾ, ਲੱਤਾਂ ਨਸਾਲ ਕੇ ਪਿਆ ਹੋਇਆ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਹਰ ਵਕਤ ਕਿਤੇ ਗੱਲ ਯਾਦ ਰਹਿ ਜਾਏ ਤਾਂ ਪ੍ਰਾਪਤੀ ਬਹੁਤ ਛੇਤੀ ਹੋ ਸਕਦੀ ਹੈ। ਪਰ ਚਾਹੇ ਤੁਸੀਂ ਹੋ ਅਤੇ ਚਾਹੇ ਮੈਂ ਹਾਂ, ਇਹ ਕਹਿਣ ਦਾ ਗਿਆਨ ਹੈ ਮੈਨੂੰ, ਮੈਂ ਕਹਿ ਰਿਹਾ ਤੁਹਾਨੂੰ। ਸਵਾਦ ਤੋਦੇ ਜੈਮਰ ਸੇ ਜਿੱਦੇ ਤੂੰ ਇਸ ਗੱਲ 'ਤੇ ਆਪ ਪਹਿਰਾ ਦੇਵੇਗਾ, ਫਿਰ ਤਾਂ ਗੱਲ ਹੀ ਹੋਰ ਹੋ ਜਾਣੀ, ਫਿਰ ਤਾਂ ਗੱਲ ਹੀ ਹੋਰ ਹੋ ਜਾਣੀ ਹੈ, ਅਤੇ ਬੜੀ ਛੇਤੀ ਹੋ ਜਾਣੀ। ਬੰਦਾ ਨਾ ਗੁਰੂ ਤੋਂ ਡਰਦਾ ਨਾ ਰੱਬ ਤੋਂ ਡਰਦਾ, ਇਹ ਬੰਦੇ ਤੋਂ ਡਰਦਾ ਬਸ।
ਬੰਦਾ ਬੰਦੇ ਤੋਂ ਡਰਦਾ, ਨਾ ਗੁਰੂ ਤੋਂ ਡਰਦਾ, ਨਾ ਰੱਬ ਤੋਂ ਡਰਦਾ। ਜਦੋਂ ਗੁਰੂ ਮਹਾਰਾਜ ਸਰੀਰ ਰੂਪ ਸਨ, ਉਦੋਂ ਸ਼ਾਇਦ ਡਰਦਾ ਹੋਵੇ, ਕਿਉਂ ਪਤਾ ਉਹ ਡੰਡੇ ਵਾਲੇ ਹੁੰਦੇ। ਹੁਣ ਤਾਂ ਅੱਗੋਂ ਗੋਲਕ ਚੱਕ ਕੇ ਲੈ ਜਾਂਦੇ ਗੁਰੂ ਗ੍ਰੰਥ ਸਾਹਿਬ ਤੋਂ, ਇਹ ਸੋਚ ਕੇ ਵੀ ਗੁਰੂ ਨੇ ਕਿਹੜਾ ਸਾਡੇ ਮਗਰ ਭੱਜਣਾ, ਗੁਰੂ ਨੇ ਸਾਡੇ ਕਿਹੜਾ ਮਗਰ ਭੱਜਣਾ, ਲੈ ਚੱਕੇ। ਅਤੇ ਜੇ ਇੱਥੇ ਦੇਹਧਾਰੀ ਗੁਰੂ ਬੈਠਾ ਹੋਵੇ, ਫਿਰ ਕਿਵੇਂ ਚੱਕੋਗੇ ਗੋਲਕ। ਇਸ ਲਈ ਅਸੀਂ ਸਮਝਦੇ ਹੀ ਨਹੀਂ, ਅਸੀਂ ਗੁਰੂ ਤੋਂ ਡਰਦੇ ਹੀ ਨਹੀਂ, ਇਸ ਲਈ ਸਾਨੂੰ ਪ੍ਰਾਪਤੀ ਨਹੀਂ ਹੁੰਦੀ। ਨਾ ਪ੍ਰਾਪਤੀ ਹੋਣ ਦਾ ਕਾਰਨ ਹੈ, ਜਦੋਂ ਅਸੀਂ ਡਰਦੇ ਹੀ ਨਹੀਂ ਤਾਂ ਫਿਰ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਕਰਾਂਗੇ। ਡਰ ਕੇ ਤਾਂ ਬੰਦਾ ਕੋਈ ਠੀਕ ਰਹਿੰਦਾ, ਜਦੋਂ ਡਰ ਹੀ ਨਹੀਂ ਹੈ ਫਿਰ ਤਾਂ ਆਪਣੀ ਮਨਮਰਜ਼ੀ ਕਰੇਗਾ। ਇਸ ਲਈ ਗੁਰੂ ਮਹਾਰਾਜ ਕਹਿੰਦਾ ਮੈਂ ਲਾਲਾ ਹਾਂ। ਲਾਲਾ ਜਿਹੜਾ ਹੈ ਹੱਟੀ ਤੋਂ ਖਰੀਦਿਆ ਗਿਆ ਹੈ, ਕਿਆ ਤੇ ਚਤਰਾਈ। ਹੁਣ ਲਾਲੇ ਦੀ ਕੀ ਚਤਰਾਈ ਹੈ, ਕੀ ਸਿਆਣਪ ਉਹਦੀ, ਉਹ ਤਾਂ ਨੌਕਰ ਹੈ, ਉਹ ਤਾਂ ਖਰੀਦਿਆ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗ। ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਘਾਸੀ ਕੋ ਹਰ ਨਾਮ ਕਢਾਈ। ਜੇ ਪਰਮਾਤਮਾ ਰਾਜ ਤੇ ਬਹਾਲ ਦੇ ਤਾਂ ਵੀ ਉਹ ਗੁਲਾਮ ਹੀ ਰਹਿੰਦਾ। ਹਾਂਜੀ, ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਜੇ ਪਰਮਾਤਮਾ ਨੂੰ ਰਾਜ ਤੇ ਬਿਠਾ ਦੇ ਤਾਂ ਵੀ ਉਹ ਪਰਮਾਤਮਾ ਦਾ ਗੁਲਾਮ ਹੀ ਰਹਿੰਦਾ। ਮਨ ਚ ਨਾ ਮੈਂ ਰਾਜਾ, ਉਹ ਕਹਿੰਦੇ ਤਾਂ ਰਾਜੇ ਨੇ ਮੈਨੂੰ, ਇਹ ਤਾਂ ਪਰਮਾਤਮਾ ਮੇਰੇ ਮਾਲਕ ਨੇ ਮੈਨੂੰ ਬਿਠਾਇਆ, ਤੇ ਜਿਹੜਾ ਮੈਨੂੰ ਬਿਠਾ ਸਕਦਾ ਕਦੇ ਲਾ ਵੀ ਸਕਦਾ। ਇਸ ਕਰਕੇ ਘਾਸੀ ਕੋ ਹਰ ਨਾਮ ਕਢਾਈ, ਤੇ ਘਾਹ ਚਾਰਨ ਵਾਲੇ ਪਰਮਾਤਮਾ ਦਾ ਨਾਮ ਜਪਣ ਤੇ ਲਾ ਸਕਦਾ। ਘਾਸੀ ਉਹਦਾ ਘਾਹ ਵੱਢਣ ਨਾਲ ਘਾਹ, ਉਹ ਤਾਂ ਨਾਮ ਜਪਾ ਸਕਦਾ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਗੁਰੂ ਕਹਿੰਦੇ ਮੈਂ ਨਾਨਕ ਹੌਂਕਰ ਲੱਗ ਗਿਆ ਹੈ, ਮੈਂ ਨਾਨਕ, ਮੈਂ ਹਰੀ ਦਾ ਦਾਸ ਹਾਂ। ਇਹ ਹਰੀ ਦੀ ਹੀ ਸਾਰੀ ਵਡਿਆਈ ਹੈ। ਤੁਹਾਡੀ ਕੋਈ ਵਡਿਆਈ ਕਰ ਰਿਹਾ ਹੈ, ਇਹ ਸਮਝਣਾ ਪਰਮਾਤਮਾ ਮੇਰੀ ਵਡਿਆਈ ਕਰਾ ਰਿਹਾ ਹੈ। ਜੇ ਹਉਮੈ ਆ ਗਈ ਤਾਂ ਉਹ ਕਿਸੇ ਦਿਨ ਸਾਡੀ ਨਿੰਦਿਆ ਵੀ ਕਰਾ ਸਕਦਾ। ਫਿਰ ਲੈ ਲਾ ਤੂੰ ਵੀ ਤੂੰ ਸਮਝਦਾ ਸੀ ਪਤਾ ਨਹੀਂ ਮੇਰੇ ਗੁਣਾਂ ਕਾਰਨ ਮੇਰੀ ਵਡਿਆਈ ਹੈ। ਪਰਮਾਤਮਾ ਹੀ ਵਡਿਆਈ ਕਰਾਉਂਦਾ, ਉਹਦਾ ਹੀ ਧੰਨਵਾਦ ਕਰਨਾ ਚਾਹੀਦਾ। ਗੌੜੀ ਗੁਆਰੇਰੀ ਮਹਿਲਾ ਚੌਥਾ। ਕਿਰਸਾਣੀ ਕਿਰਸਾਨ ਕਰੇ, ਲੋਚੈ ਜੀਉ ਲਾਏ। ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਤਿਉ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛੁਡਾਏ। ਕਿਰਸਾਨ ਹੈ, ਕਿਰਸਾਣੀ ਕਰੇ, ਖੇਤੀਬਾੜੀ ਕਰਦਾ। ਲੋਚੈ ਜੀਉ ਲਾਏ, ਬੜਾ ਚਿੱਤ ਲਾ ਕੇ ਖੇਤੀਬਾੜੀ ਕਰਦਾ ਵੀ ਖੂਬ ਮੇਰਾ ਅਨਾਜ ਹੋਵੇ, ਚੰਗੀ ਫਸਲ ਹੋਵੇ। ਹਲ ਜੋਤ, ਹਲ ਵਾਹੁੰਦਾ, ਉਦਮ ਕਰੇ, ਮਿਹਨਤ ਕਰਦਾ, ਮੇਰਾ ਪੁੱਤ ਧੀ ਖਾਏ, ਵੀ ਫਿਰ ਅਨਾਜ ਹੋਏਗਾ, ਮੇਰੇ ਪੁੱਤ ਧੀ ਖਾਣਗੇ। ਉਹ ਇਸ ਲਈ ਕਰ ਰਿਹਾ। ਤਿਉਂ ਹਰ ਜਨ ਹਰ ਹਰ ਜਪ ਕਰੇ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਭਗਤ ਹੈ, ਉਹ ਪਰਮਾਤਮਾ ਦੀ ਭਗਤੀ ਕਰਦਾ ਹੈ। ਹਰ ਅੰਤ ਛੁਡਾਏ, ਤਾਂ ਜੇ ਰੱਬ ਮੈਨੂੰ ਅੰਤਲੇ ਸਮੇਂ ਜਮਾ ਤੋਂ ਛੁਡਾ ਲੈ। ਕਿਰਸਾਨ ਕਿਰਸਾਣੀ ਕਰਦਾ ਹੈ, ਖੇਤੀ ਕਰਦਾ ਹੈ। ਮੇਰਾ ਪੁੱਤ ਧੀ ਖਾਏਗਾ, ਮੇਰਾ ਪਰਿਵਾਰ ਖਾਏਗਾ। ਜਿਹੜਾ ਪਰਮਾਤਮਾ ਦਾ ਭਗਤ ਹੈ, ਉਹ ਇਸ ਲਈ ਭਗਤੀ ਕਰਦਾ ਹੈ ਕਿ ਪਰਮਾਤਮਾ ਮੈਨੂੰ ਅਖੀਰਲੇ ਸਮੇਂ ਜਮਾ ਤੋਂ ਛੁਡਾ ਲਏਗਾ। ਨਹੀਂ ਤਾਂ ਦੂਜਿਆਂ ਨੂੰ ਤਾਂ ਫਿਰ ਕੁੱਟ ਪੈਣੀ ਹੈ।
ਮੈਂ ਮੂਰਖੀ ਗਤ ਕੀਜੈ ਰਾਮ। हे ਪ੍ਰਮਾਤਮਾ, ਮੈਂ ਹੈਗਾ ਮੂਰਖ ਤੇ ਮੇਰੀ ਗਤੀ ਕਰ ਦਿਓ, ਮੇਰੀ ਗਤੀ ਕਰ ਦਿਓ, ਮੇਰੀ ਆਤਮਕ ਅਵਸਥਾ ਉੱਚੀ ਕਰ ਦਿਓ। ਗੁਰ ਸਤਗੁਰ ਸੇਵਾ ਹਾਂ ਹਰ ਲਾਏ ਹਮ ਕਾਮ। हे ਪ੍ਰਮਾਤਮਾ, ਤੂੰ ਮੈਨੂੰ ਗੁਰੂ ਦੀ ਸੇਵਾ 'ਤੇ ਲਾ ਦੇ, ਇਸ ਕੰਮ 'ਤੇ ਮੈਨੂੰ ਲਾ ਦੇ ਕਿ ਮੈਂ ਗੁਰੂ ਦੀ ਸੇਵਾ ਕਰਾਂ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ। ਧਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੈ। ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ। ਲੈ ਤੁਰੇ, ਘੋੜੇ ਲੈ ਕੇ ਤੁਰੇ, ਘੋੜੇ ਨੂੰ ਕਹਿੰਦੇ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ। ਸੌਦਾਗਰੀ ਮੈਨੇ ਸੌਦਾ, ਸੌਦਾਗਰ ਜਿਹੜਾ ਸੌਦਾ ਵੇਚਦਾ, ਲੈ ਕੇ ਜਾਂਦਾ ਇੱਕ ਥਾਂ ਤੋਂ ਦੂਜੀ ਥਾਂ। ਵਪਾਰੀ ਕਹੇ ਵਪਾਰੀ ਹੈ, ਸੌਦਾਗਰ ਹੈ, ਉਹ ਮਾਲ ਦੌਲਤ ਲੈ ਕੇ ਘੋੜਿਆਂ 'ਤੇ ਚੜ੍ਹ ਕੇ ਤੁਰ ਪੈਂਦਾ ਹੈ। ਕਿਉਂ? ਧਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੈ। ਉਹ ਧਨ ਇਸ ਲਈ ਕਰਦਾ ਕਿ ਕਮਾਉਂਦਾ ਕਿ ਮੇਰੇ ਕੋਲ ਹੋਰ ਧਨ ਹੋਵੇ, ਹੋਰ ਧਨ ਹੋਵੇ। ਮਾਇਆ ਦਾ ਮੋਹ ਉਹਦੇ ਵੱਧ ਹੈ। ਮਾਇਆ ਦੇ ਮੋਹ ਹੋਣ ਕਰਕੇ ਉਹ ਧਨ ਕਮਾਉਂਦਾ, ਮੇਰੇ ਕੋਲ ਵੱਧ ਤੋਂ ਵੱਧ ਧਨ ਹੋਵੇ। ਤਿਉ ਹਰ ਜਨ ਹਰ ਹਰ ਬੋਲਦਾ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਭਗਤ ਹੈ ਉਹ ਹਰੀ ਹਰੀ ਬੋਲਦਾ ਹੈ, ਉਹ ਪਰਮਾਤਮਾ ਦਾ ਨਾਮ ਜਪਦਾ। ਕਾਹਦੇ ਲਈ? ਹਰ ਬੋਲ ਸੁਖ ਪਾਵੇ, ਕਿਉਂਕਿ ਨਾਮ ਜਪ ਕੇ ਉਹਨੂੰ ਸੁਖ ਮਿਲਦਾ। ਸੌਦਾਗਰ ਤਾਂ ਇਸ ਲਈ ਸੌਦਾਗਰੀ ਕਰਨ ਚੱਲਿਆ ਕਿ ਉਹਨੂੰ ਮਾਇਆ ਬਹੁਤ ਮਿਲੇ। ਪਰਮਾਤਮਾ ਦਾ ਭਗਤ ਇਸ ਲਈ ਭਗਤੀ ਕਰਦਾ ਕਿ ਉਹਨੂੰ ਸੁੱਖ ਮਿਲੇ, ਸੁੱਖ ਮਿਲੇ। ਉਦੇਸ਼ ਹਰ ਇੱਕ ਦਾ ਹੀ ਹੈ, ਉਹਦਾ ਹੋਰ ਉਦੇਸ਼ ਹੈ, ਭਗਤ ਦਾ ਹੋਰ ਉਦੇਸ਼। ਬਸ ਐਨੇ ਲੱਗੇ ਤਾਂ ਦੋਨੋਂ ਹੀ ਨੇ, ਲੱਗੇ ਦੋਨੋਂ ਹੀ ਨੇ। ਵਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ। ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ। ਵਿਖ ਮਾਇਆ ਨੂੰ ਕਹਿੰਦੇ, ਸੰਚਿਆਂ ਦੇ ਇਕੱਠੀ ਕਰਨਾ। ਹਟਵਾਣੀਆਂ ਮੈਨੇ ਦੁਕਾਨਦਾਰ, ਹੱਟੀ ਵਾਲਾ। ਜਿਹੜਾ ਦੁਕਾਨਦਾਰ ਹੈ ਉਹ ਕਿ ਧਨ ਇਕੱਠਾ ਕਰਦਾ ਹੈ, ਬਹੁਤ ਹਾਟ ਕਮਾਏ। ਹੱਟੀ 'ਤੇ ਬਹਿ ਕੇ ਬਹੁਤ ਧਨ ਕਮਾਉਂਦਾ, ਬਹੁਤ ਧਨ ਇਕੱਠਾ ਕਰਦਾ। ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਮਾਇਆ ਦਾ ਮੋਹ ਝੂਠਾ ਹੈ, ਮਾਇਆ ਦਾ ਮੋਹ ਝੂਠਾ ਹੈ, ਪਸਾਰਾ ਝੂਠਾ ਹੈ। ਇਹ ਵਪਾਰੀ ਜਿਹੜਾ ਹੈ ਸੋ ਝੂਠੇ ਪਸਾਰੇ ਨਾਲ ਲਪਟਿਆ ਹੋਇਆ, ਚੰਬੜਿਆ ਹੋਇਆ ਹੈ। ਕਿ ਮਾਇਆ ਜਿਹੜੇ ਇਹਦਾ ਪਸਾਰਾ ਝੂਠਾ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਝੂਠਾ ਪਸਾਰਾ ਹੈ, ਇਸ ਝੂਠੇ ਪਸਾਰੇ ਦੇ ਮੋਹ ਵਿੱਚ ਆ ਕੇ ਉਹ ਲੱਗਾ ਰਹਿੰਦਾ ਹੈ। ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ। ਦੁਕਾਨਦਾਰ ਹੈ ਉਹ ਮਾਇਆ ਇਕੱਠੀ ਕਰਦਾ, ਮਾਇਆ ਨਾਲ ਮੋਹਣ ਕੇ ਮਾਇਆ ਇਕੱਠੀ ਕਰਦਾ। ਪਰਮਾਤਮਾ ਭਗਤ ਕੀ ਕਰਦਾ? ਤਿਉ ਹਰ ਜਨ ਹਰ ਤਨ ਸੰਚਿਆ। ਜੇ ਪਰਮਾਤਮਾ ਦਾ ਭਗਤ ਹੈ ਉਹ ਵੀ ਨਾਮ ਧਨ ਇਕੱਠਾ ਕਰਦਾ। ਸੰਚਿਆ ਉਹਨੇ ਇਕੱਠਾ ਕੀਤਾ, ਉਹ ਨਾਮ ਧਨ ਇਕੱਠਾ ਕਰਦਾ ਹੈ। ਹਰ ਖਰਚ ਲੈ ਜਾਏ ਤਾਂ ਜੋ ਇਹ ਨਾਮ ਧਨ ਨੂੰ ਨਾਲ ਲੈ ਕੇ ਜਾਵੇ। ਬਾਕੀ ਧਨ ਇੱਥੇ ਰਹਿ ਜਾਣਾ। ਜੋ ਵੀ ਦ੍ਰਿਸ਼ਟਮਾਨ ਚੀਜ਼ ਹੈ, ਜੋ ਇਹਨਾਂ ਅੱਖਾਂ ਨਾਲ ਦਿਸਦੀ ਹੈ, ਉਹ ਨਾਲ ਨਹੀਂ ਜਾਂਦੀ, ਉਹ ਨਾਲ ਨਹੀਂ ਜਾਂਦੀ। ਨਾਲ ਜਾਂਦੇ ਨੇ ਸਾਡੇ ਕਰਮ, ਚੰਗੇ ਮੰਦੇ। ਭਗਤੀ ਕਰਨਾ ਚੰਗਾ ਕਰਮ ਹੈ, ਇਹ ਵੀ ਨਾਲ ਜਾਊ। ਚੋਰੀ ਕਰਨਾ, ਡਾਕੇ ਮਾਰਨਾ ਮਾੜਾ ਕਰਮ ਹੈ, ਇਹ ਵੀ ਨਾਲ ਹੀ ਜਾਏਗਾ।
ਸੰਸਾਰ ਦੀ ਹੋਰ ਕੋਈ ਚੀਜ਼ ਨਾਲ ਨਹੀਂ ਜਾਣੀ, ਸਾਡੇ ਕਰਮ ਨਾਲ ਜਾਣਨੀ। ਸਾਡੇ ਕਰਮਾਂ ਨੂੰ ਫਿਰ ਪਰਮਾਤਮਾ ਨੇ ਵੇਖਣਾ ਹੈ, ਕਰਮਾਂ ਨੂੰ ਵੇਖ ਕੇ ਉਹਨੇ ਫਿਰ ਸਾਡੀ ਕਿਸਮਤ ਲਿਖ ਦੇਣੀ ਹੈ। ਉਹ ਕਿਸਮਤ ਕਿਹੜੇ ਦੇਸ਼ 'ਚ ਭੁਗਤਾਉਣੀ ਹੈ, ਕਿਸ ਥਾਂ 'ਤੇ ਭੁਗਤਾਉਣੀ ਹੈ, ਕਿਸ ਪਰਿਵਾਰ 'ਚ ਭੁਗਤਾਉਣੀ ਹੈ, ਕਿਸ ਵਾਤਾਵਰਨ 'ਚ ਭੁਗਤਾਉਣੀ ਹੈ, ਉਹ ਵੇਖ ਕੇ ਉਹਨੂੰ ਉੱਥੇ ਪੈਦਾ ਕਰ ਵੀ ਜਿਹੜੀ ਮੇਰੀ ਕਿਸਮਤ ਲਿਖੀ ਹੈ ਇਹ ਕਿੱਥੇ ਠੀਕ ਭੋਗੀ ਜਾ ਸਕਦੀ ਹੈ। ਉਹ ਪੈਦਾ ਵੀ ਉੱਥੇ ਹੀ ਕਰਦਾ ਫਿਰ ਜਾ ਕੇ ਉਸ। ਇਸ ਲਈ ਧਰਮ ਇਹ ਕਹਿੰਦਾ ਕਿ ਤੁਹਾਡੀ ਕਿਸਮਤ ਕਿਸੇ ਨੇ ਨਹੀਂ ਬਣਾਈ, ਕਿਸਮਤ ਤੁਸੀਂ ਆਪਣੀ ਆਪ ਬਣਾਈ ਹੈ, ਪਰਮਾਤਮਾ ਨੇ ਸਿਰ ਲਿਖੀ ਹੈ। ਤੁਸੀਂ ਜੋ ਕੰਮ ਕੀਤੇ ਪਿਛਲੇ ਜਨਮ ਚੰਗੇ ਮੰਦੇ, ਉਹਦੇ ਨਤੀਜੇ ਵਜੋਂ ਤੁਹਾਡੀ ਜ਼ਿੰਦਗੀ ਦੁੱਖ ਸੁੱਖ ਅਮੀਰੀ ਗਰੀਬੀ ਸਭ ਕੁਝ ਲਿਖ ਦਿੱਤਾ ਗਿਆ। ਲੁੱਟਾਂ ਖੋਹਾਂ ਕੀਤੀਆਂ, ਚੋਰੀਆਂ ਕੀਤੀਆਂ, ਡਾਕੇ ਮਾਰੇ, ਰਿਸ਼ਵਤਾਂ ਲਈਆਂ, ਘੱਟ ਤੋਲੇ, ਝੂਠ ਬੋਲੇ, ਅੱਗੇ ਗਰੀਬੀ ਮਿਲੇਗੀ। ਉਹਦਾ ਨਤੀਜਾ ਕੀ ਮਿਲੇ? ਗਰੀਬੀ ਮਿਲੇਗੀ। ਦਸਾਂ ਨੌਂ ਦੀ ਕਿਰਤ ਕੀਤੀ, ਉਹਦੇ 'ਚ ਤੁਸੀਂ ਪੁੰਨਦਾਨ ਕੀਤਾ, ਅਮੀਰੀ ਮਿਲੇਗੀ, ਅਮੀਰੀ ਮਿਲੇਗੀ। ਕਈ ਵਾਰੀ ਅਮੀਰੀ ਤੇ ਮਿਲ ਜਾਂਦੀ ਹੈ ਪਰ ਅਮੀਰ ਦੁਖੀ ਹੁੰਦਾ। ਕਿਉਂ? ਅਮੀਰੀ ਤੇ ਮਿਲ ਗਈ ਹੈ ਪਰ ਦੁਖੀ ਕਿਉਂ ਹੈ? ਪਿਛਲੇ ਜਨਮ 'ਚ ਉਹਨੇ ਪੁੰਨਦਾਨ ਤੇ ਕੀਤਾ, ਨਾਮ ਨਹੀਂ ਜਪਿਆ। ਪੁੰਨਦਾਨ ਕੀਤਾ ਇਸ ਲਈ ਉਹਨੂੰ ਅਮੀਰੀ ਮਿਲ ਗਈ, ਨਾਮ ਨਹੀਂ ਜਪਿਆ ਇਸ ਲਈ ਸੁੱਖ ਨਹੀਂ ਮਿਲਿਆ। ਅਮੀਰੀ ਤੇ ਮਿਲ ਗਈ, ਸੁੱਖ ਨਹੀਂ ਮਿਲਿਆ। ਇਸ ਲਈ ਜਿੱਥੇ ਅਸੀਂ ਪੁੰਨਦਾਨ ਕਰਨਾ, ਸਿੱਖ ਨੂੰ ਹੁਕਮ ਹੈ ਤੂੰ ਆਪਣਾ ਦਸਵੰਧ ਜਿਹੜਾ ਹੈ ਗੁਰੂ ਘਰ ਨੂੰ ਦੇਣਾ। ਚਲੋ ਜੇ ਕੋਈ ਭਾਈ 10ਵਾਂ ਹਿੱਸਾ, 5ਵਾਂ ਹਿੱਸਾ ਸਹੀ, ਦੂਜਾ ਹਿੱਸਾ ਸਹੀ, 1% ਹੀ ਕੁਝ ਸਹੀ ਆਪਣੀ ਕਮਾਈ 'ਚ ਕੱਢਣਾ, ਗੁਰੂ ਘਰ ਨੂੰ ਦੇਣਾ। ਕਿਉਂਕਿ ਦਸਮ ਪਾਤਸ਼ਾਹ ਕਹਿੰਦੇ ਨੇ ਖਾਲਸੇ ਨੂੰ ਦਿੱਤਾ ਹੋਇਆ, ਉਹਨੂੰ ਕੱਪੜੇ ਦਿੱਤੇ, ਖਾਲਸੇ ਨੂੰ ਭੋਜਨ ਛਕਾਇਆ, ਖਾਲਸੇ ਨੂੰ ਜੋ ਤੁਸੀਂ ਦਿਓਗੇ ਕਹਿੰਦੇ ਉਹ ਮੇਰੇ ਤੱਕ ਪਹੁੰਚ ਜਾਏਗਾ। ਮੈਂ ਖੁਸ਼ ਹਾਂ ਜੇ ਤੁਸੀਂ ਖਾਲਸੇ ਨੂੰ ਦਿਓਗੇ। ਸੋ ਇਸ ਲਈ ਬਈ ਉਹਦਾ ਜੀਵਨ ਵਧੀਆ, ਚੱਜ ਦੇ ਬੰਦੇ ਨੂੰ ਤੁਸੀਂ ਦਾਨ ਕਰੋਗੇ ਤਾਂ ਹੀ ਉਹ ਠੀਕ ਥਾਂ 'ਤੇ ਲੱਗੂ। ਤੁਸੀਂ ਆ ਨਹੀਂ ਦੇਖਿਆ, ਤਾੜ ਨਹੀਂ ਦੇਖਿਆ, ਮੰਗਤੇ ਨੂੰ 50 ਰੁਪਈਏ ਦਿੱਤੇ, ਉਹ ਜਾ ਕੇ ਉਹ ਪੈਗ ਪੀਏ ਠੇਕੇ ਤੋਂ, ਤੁਹਾਡੇ ਐਵੇਂ ਗਏ ਨਾ ਪੈਸੇ, ਵਿਅਰਥ ਗਏ। ਕਿਉਂਕਿ ਤਾਂ ਹੀ ਕਹਿੰਦੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਦਾਨ ਕਰਨ ਵੇਲੇ ਵੀ ਅਕਲ ਵਰਤਣੀ ਕਿ ਜਿਸ ਦੀ ਮੈਂ ਸਹਾਇਤਾ ਕਰ ਲਾਂਗਾ ਵਾਕਈ ਲੋੜਵੰਦ ਹੈ। ਬਹੁਤ ਸਾਰੇ ਲੋਕ ਨੇ ਅੰਨੇ ਨਹੀਂ, ਅੰਨੇ ਬਣੇ ਹੋਏ ਨੇ। ਬਹੁਤ ਸਾਰੇ ਲੋਕ ਨੇ ਲੰਗੜੇ ਨਹੀਂ, ਲੰਗੜੇ ਬਣੇ ਹੋਏ ਨੇ। ਬਹੁਤ ਸਾਰੇ ਲੋਕ ਕੋੜੀ ਨਹੀਂ, ਕੋੜੀ ਬਣੇ ਹੋਏ ਨੇ। ਇਸ ਲਈ ਜਿੰਨਾ ਚਿਰ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਹੈ, ਕੋਈ ਦਾਨ ਦੇਣ ਦੀ ਲੋੜ ਨਹੀਂ। ਚਾਹੇ ਤਰਲੇ ਕੱਢੀ ਜਾਓ, ਮਰਜ਼ੀ ਕੱਢੀ ਜਾਓ, ਕੋਈ ਫਾਇਦਾ ਨਹੀਂ। ਜਦੋਂ ਲੋਕਡਾਊਨ ਲੱਗਾ ਹੋਇਆ ਸੀ, 5 ਬੀਬੀਆਂ ਔਰ ਨਾਲ ਦੀ ਕਲੋਨੀ ਦੀ ਆ ਗਈ। ਕੁਦਰਤੀ ਮੈਂ ਬਰਾਂਡੇ 'ਚ ਬੈਠਾ ਵੇਖ ਕੇ ਆ ਗਿਆ, ਬਾਬਾ ਜੀ ਸਾਡੀ ਕੋਈ ਸਹਾਇਤਾ ਕਰੋ ਜੀ, ਕਮਾਈ ਦਾ ਹੁਣ ਕੋਈ ਸਾਧਨ ਨਹੀਂ ਰਿਹਾ ਜੀ। ਮੈਂ ਕੋਈ ਨਹੀਂ ਕਰ ਦਿੰਦੇ ਹਾਂ ਜੀ, ਆ ਜਾਓ ਨੇੜੇ ਆ ਜਾਓ। ਅੱਛਾ, ਇੱਕ ਨੂੰ ਮੈਂ ਵੀ ਤੁਸੀਂ ਦੇਖੋ ਗੁਰਦੁਆਰੇ ਖੜੀ ਹੋ ਨਾ, ਸੱਚੋ ਸੱਚ ਦੱਸਿਓ ਕਿਹਦਾ ਕਿਹਦਾ ਘਰ ਵਾਲਾ ਸ਼ਰਾਬ ਪੀਂਦਾ। 4 ਨੇ ਹੱਥ ਖੜੇ ਕਰ ਦਿੱਤੇ। ਮੈਂ ਤੁਸੀਂ ਇੱਕ ਪਾਸੇ ਹੋ ਜਾਓ, ਇੱਕ ਪਾਸੇ ਹੋ ਗਏ। 5ਵੀਂ ਨੂੰ ਮੈਂ ਕਿਹਾ ਤੇਰਾ ਘਰ ਵਾਲਾ ਕਹਿੰਦੇ ਸ਼ਰਾਬ ਨਹੀਂ ਪੀਂਦਾ। ਮੈਂ ਕੀ ਕਰਦਾ? ਦਿਹਾੜੀ ਕਰਦਾ ਜੀ। ਮੈਂ ਤੇਰੇ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ ਨੇ? ਉਹਨੇ ਅੰਗਰੇਜ਼ੀ ਸਕੂਲ ਦਾ ਨਾਂ ਲਿਆ। ਮੈਂ ਬੀਬੀ ਜਿਹਦੇ ਬੱਚੇ ਅੰਗਰੇਜ਼ੀ ਸਕੂਲ 'ਚ ਪੜ੍ਹਦੇ ਹੁਣ ਉਹ ਗਰੀਬ ਨਹੀਂ ਹੁੰਦਾ, ਇਸ ਲਈ ਤੇਰੀ ਕੋਈ ਸਹਾਇਤਾ ਨਹੀਂ ਹੋਈ। ਮੈਂ ਤੁਹਾਡੇ ਘਰ ਵਾਲੇ ਸ਼ਰਾਬ ਪੀਂਦੇ ਨੇ,
ਤੁਹਾਨੂੰ ਮੈਂ ਦੇਤੇ, ਉਹਨੇ ਜਾਂਦੇ ਤੁਹਾਡੇ ਤੋਂ ਪੈਸੇ ਖੋਹ ਕੇ ਪੀ ਆਉਣੀ, ਅਸੀਂ ਤੁਹਾਨੂੰ ਵੀ ਨਹੀਂ ਮਿਲਣਾ, ਜਾਓ। ਪੰਜੇ ਤੋਰਤੀਆਂ। ਮੈਂ ਤੁਹਾਡੇ ਘਰ ਲਈ ਸ਼ਰਾਬ ਪੀਂਦੇ ਨੇ, ਤੁਹਾਨੂੰ ਮੈਂ ਪੈਸੇ ਦੇਤੇ, ਉਹਨਾਂ ਨੇ ਤੁਹਾਡੇ ਤੋਂ ਖੋਹ ਕੇ ਪੀ ਲੈਣੀ ਜਾ ਕੇ। ਅਤੇ ਮੈਂ ਬੀਬੀ ਤੇਰੇ ਬੱਚੇ ਅੰਗਰੇਜ਼ ਸਕੂਲ 'ਚ ਪੜ੍ਹਦੇ ਨੇ, ਤੁਸੀਂ ਅਮੀਰ ਹੈ, ਇਸ ਤੁਸੀਂ ਪੰਜੇ ਦੀ ਪੰਜੇ ਜਾਓ। ਯਾਰ ਤੋਰਤੀਆਂ, ਐਵੇਂ ਨਹੀਂ ਦੇਣਾ। ਇੱਕ ਆ ਗਿਆ ਕੀਰਤਨੀਆਂ, ਬਾਬਾ ਜੀ ਬਹੁਤ ਔਖਾ ਹੋ ਗਿਆ ਕੰਮ। ਮੈਂ ਹਾਂ ਵਾਕਈ ਭਾਈ, ਕਿ ਜਿਹੜਾ ਹੈ ਕੀਰਤਨ ਦਾ ਪਾਠੀ ਦੇ ਕੰਮ ਤੇ ਬੰਦ ਹੋ ਗਏ, ਗੁਰਦੁਆਰੇ ਬੰਦ ਹੋ ਗਏ। ਮੈਂ ਕੀ ਕਹਾਂ, ਮੈਂ ਬਹੁਤ ਗਰੀਬ ਹਾਂ ਜੀ, ਮੇਰੀ ਸਹਾਇਤਾ ਕਰੋ। ਮੈਂ ਤੂੰ ਵਾਕਈ ਗਰੀਬ ਹੈ? ਕਹਿੰਦਾ ਹਾਂ ਜੀ। ਮੈਂ ਤੂੰ ਗੁਰਦੁਆਰੇ ਖੜਾ ਹੈ, ਤੂੰ ਵਾਕਈ ਗਰੀਬ ਹੈ? ਕਹਿੰਦਾ ਹਾਂ ਜੀ। ਹੋਰ ਕੈਮਰੇ ਦੇ ਬਾਹਰ ਦਿਸਦਾ ਸੀ ਮੋਟਰਸਾਈਕਲ ਖੜਾ। ਮੈਂ ਤੁਸੀਂ ਕਾਹਦੇ 'ਤੇ ਆਏ ਹੋ ਜੀ? ਕਹਿੰਦਾ ਮੋਟਰਸਾਈਕਲ 'ਤੇ। ਕਹਿੰਦੇ ਮੈਂ ਮੰਗਤੇ ਕਦੇ ਮੋਟਰਸਾਈਕਲ 'ਤੇ ਆਉਂਦੇ ਨੇ ਮੰਗਣ? ਮੈਂ ਕੀ ਮੰਗਤੇ ਮੋਟਰਸਾਈਕਲ 'ਤੇ ਮੰਗਣ ਆਉਂਦੇ ਨੇ? ਅਤੇ ਜਿਹੜਾ ਮੰਗਤਾ ਮੋਟਰਸਾਈਕਲ 'ਤੇ ਮੰਗਣ ਆਵੇ ਉਹਨੂੰ ਕੌਣ ਦੇਵੇਗਾ? ਖੈਰ ਇਹੋ ਜਿਹੇ ਤਾਂ ਲੋਕ ਨੇ। ਫਿਰ ਤੇਰੇ ਕੋਲ ਮੋਟਰਸਾਈਕਲ ਵੇਚ ਕੇ ਮੰਗਦੇ ਫਿਰਦੇ ਹੋ ਤੁਸੀਂ? ਉਹ ਵੇਚ ਲੈ, ਜਦੋਂ ਫਿਰ ਗੁਰਦੁਆਰੇ ਖੁੱਲ੍ਹਣਗੇ ਫਿਰ ਤੂੰ ਆਪਣਾ ਲੈ ਲਈ। 5 ਕਿਲੋਮੀਟਰ ਤੋਂ ਆਇਆ, 5 ਕਿਲੋਮੀਟਰ ਮੋਟਰਸਾਈਕਲ ਗਿਆ, ਤੇਲ ਫੂਕਿਆ ਕਿ ਨਹੀਂ? ਸੋ ਤਾਂ ਮੈਂ ਤੁਹਾਨੂੰ ਦੱਸਿਆ, ਤਰਸ ਆਉਣਾ ਹੋਰ ਗੱਲ ਹੈ, ਆਉਣਾ ਵੀ ਚਾਹੀਦਾ। ਕਿਸੇ ਗਰੀਬੀ ਵੇਖ ਕੇ ਸਾਨੂੰ ਤਰਸ ਆਉਣਾ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਮਦਦ ਕਰਨ ਤੋਂ ਪਹਿਲਾਂ ਪੂਰਾ ਪਤਾ ਕਰ ਲੈਣਾ ਚਾਹੀਦਾ। ਮੇਰੇ ਕੋਲ ਕਈ ਆਏ ਨੇ, ਸਾਡੀ ਸਹਾਇਤਾ ਕਰੋ ਜੀ, ਇਹ ਹੈ ਜੋ। ਮੈਂ ਕੋਈ ਨਹੀਂ, ਤੁਸੀਂ ਇੱਕ ਨਾ ਐਪਲੀਕੇਸ਼ਨ ਲਿਖੋ, ਪ੍ਰਧਾਨ ਦੇ ਨਾਂ 'ਤੇ ਅਰਜ਼ੀ ਲਿਖੋ। ਫਿਰ ਸਾਡੇ ਜਿਹੜੇ ਸਤਸੰਗੀ ਨੇ, ਉਹਨਾਂ ਕਿਸੇ ਨੂੰ ਜਾਣਦੇ ਹੋ ਤੁਸੀਂ? ਮੈਂ 2 ਸਤਸੰਗੀ ਉੱਤੇ ਦਸਤਖਤ ਕਰਾ ਕੇ ਲਿਓ। ਮੈਂ ਉਹ ਮੈਨੂੰ ਅਰਜ਼ੀ ਦਿਓ, ਫਿਰ ਅਸੀਂ ਉਸ 'ਤੇ ਵਿਚਾਰ ਕਰਾਂਗੇ, ਫਿਰ ਤੁਹਾਡੀ ਸਹਾਇਤਾ ਕਰਾਂਗੇ। ਚਲੋ ਲੈ ਜੀ। ਮੈਂ ਆਪਣੇ ਹੋਰ ਬੰਦੇ ਭੇਜੇ, ਮੈਂ ਆਹ ਐਡਰੈਸ ਹੈ, ਇਹ ਜਾ ਕੇ ਪਤਾ ਕਰੋ, ਇਹਦੀ ਕਲੋਨੀ ਜੇ, ਇਹ ਕਰਦਾ ਕੀ ਹੈ? ਉਹਨੇ ਕਹੇ ਕੋਈ ਗਰੀਬ ਗਰੂਬ ਨਹੀਂ ਹੈ ਜੀ, ਇਹ ਕੋਈ ਗਰੀਬ ਗਰੂਬ ਨਹੀਂ, ਬਹਾਨੇ ਬਣਾਉਂਦਾ ਇਹ। ਤੀਜੇ ਚੌਥੇ ਦਿਨ ਆ ਗਿਆ, ਕੀ ਫੈਸਲਾ ਕੀਤਾ ਜੀ? ਮੈਂ ਅਰਜ਼ੀ ਆਪਣੀ ਵਾਪਸ ਲੈ ਲਓ ਜੀ। ਮੈਂ ਕਮੇਟੀ ਨੇ ਫੈਸਲਾ ਕੀਤਾ ਕਿ ਤੁਸੀਂ ਗਰੀਬ ਨਹੀਂ ਹੋ, ਇਸ ਲਈ ਤੁਹਾਨੂੰ ਨਹੀਂ ਮਿਲਦਾ। ਅੜ ਚੱਲ ਜੋ ਮਿਲ ਜੂ ਉਹੀ ਸਹੀ। ਸੋ ਤਾਂ ਮੇਰਾ ਸਾਰਾ ਕੁਛ ਵਿੱਚ ਰੋਕ ਕੇ ਕਹਿਣ ਦਾ ਭਾਵ ਸੀ ਤੁਹਾਨੂੰ, ਠੀਕ ਹੈ, ਸਾਨੂੰ ਪੁੰਨ ਦਾਨ ਕਰਨ ਦਾ ਹੁਕਮ ਹੈ, ਪਰ ਅਸੀਂ ਪੁੰਨ ਦਾਨ ਵੀ ਉਸ ਨੂੰ ਹੀ ਕਰਨਾ ਹੈ ਜਿਹੜਾ ਹੱਕਦਾਰ ਹੈ। ਤੁਹਾਡੇ ਆਪਣੇ ਰਿਸ਼ਤੇਦਾਰੀ ਗਰੀਬ ਹੋ ਸਕਦੇ ਨੇ ਤੁਹਾਡੇ ਤੋਂ, ਤੁਹਾਡਾ ਆਪਣਾ ਕੋਈ ਦੋਸਤ ਮਿੱਤਰ ਤੁਹਾਡੇ ਤੋਂ ਗਰੀਬ ਹੋ ਸਕਦਾ ਹੈ, ਤੁਹਾਡਾ ਕੋਈ ਨੌਕਰੀ ਗਰੀਬ ਹੋ ਸਕਦਾ ਹੈ, ਲੋੜਵੰਦ ਹੋ ਸਕਦਾ ਹੈ। ਉਹਨਾਂ ਦੀ ਮਦਦ, ਉਹਨਾਂ ਨੂੰ ਤੁਸੀਂ ਜਾਣਦੇ ਹੋ ਨਾ, ਉਹਨਾਂ ਦੀ ਮਦਦ ਕਰ ਦਿਓ। ਜਿਹਨੂੰ ਤੁਸੀਂ ਨਹੀਂ ਜਾਣਦੇ, ਐਵੇਂ ਤਰਸ ਭਾਵਨਾ ਜਾ ਕੇ ਮਦਦ ਕਰਨ ਦੀ ਕੋਈ ਲੋੜ ਨਹੀਂ। ਸੋ ਗੁਰੂ ਮਹਾਰਾਜ ਕਹਿੰਦੇ, ਹਾਂਜੀ ਹਾਂ, ਉਹ ਤਾਂ ਫਿਰ ਠੀਕ ਹੈ ਜੀ, ਹਾਂ ਉਹ ਤਾਂ ਚੰਗੀ ਗੱਲ ਹੈ। ਹਾਂ, ਉਹ ਤਾਂ ਅਸੀਂ ਦੇਖੋ ਉਹਨਾਂ ਭੋਜਨ ਦੇ ਰਹੇ, ਕਿਸੇ ਭੁੱਖੇ ਨੂੰ ਭੋਜਨ ਦਿਓ। ਜੀਵ ਜੰਤੂ ਜਿਹੜਾ ਬਹਾਨੇ ਨਹੀਂ ਬਣਾਉਂਦਾ ਵਿਚਾਰਾ, ਠੀਕ ਹੈ ਨਾ। ਬੰਦਾ ਤਾਂ ਰੱਜਿਆ ਹੋਇਆ ਵੀ ਕਹਿ ਦੂ ਮੈਂ ਭੁੱਖਾ, ਇਹਦਾ ਕੀ ਹੈ? ਜਦੋਂ ਲੰਗਰ ਲੱਗੇ ਲਾਕਡਾਊਨ ਦੇ ਵਿੱਚ, ਜਿਨ੍ਹਾਂ ਨੂੰ ਆਮ ਮਿਲਣ ਲੱਗਿਆ ਨਾ, ਉਹ ਪੁੱਛਦੇ ਸਨ ਕੀ ਬਣਿਆ ਵੀ, ਜਿਹੜਾ ਤੁਸੀਂ ਸਾਨੂੰ ਲੰਗਰ ਪਤਾ ਕੀ ਬਣਿਆ? ਮੈਂ ਇਹ ਜਿਹੇ ਲੰਗਰ ਦੇ ਅੰਦਰ ਕੀ ਫਾਇਦਾ ਜਿਹੜਾ ਪੁੱਛਦੇ ਕੀ ਬਣੇ? ਨਹੀਂ ਤਾਂ ਕਹਿ ਠੀਕ ਹੈ ਭਾਈ, ਅਚਾਰ ਨਾਲ ਮਿਲ ਗਈ ਰੋਟੀ ਜਾਂ ਕੁਛ ਹੋ ਗਿਆ। ਇੱਕ ਬੰਦਾ ਆਇਆ ਇੱਥੇ ਮੇਰੇ ਕੋਲ, ਆਉਂਦੇ ਪਈ, ਉਹ ਨੇਪਾਲ ਦਾ ਸੀ। ਕਹਿੰਦਾ ਮੈਂ ਵੀ, ਫਿਰ ਤੇਰਾ ਕੀ ਹਾਲ ਹੈ? ਕਹਿ ਠੀਕ ਹੈ। ਕਹਿੰਦਾ ਮੇਰੇ ਬੱਚੇ ਪੁੱਛਦੇ ਨੇ ਵੀ ਭਾਈ ਕੀ ਹਾਲ ਹੈ? ਮੈਂ ਉਹਨਾਂ ਨੂੰ ਕਿਹਾ ਮੈਂ ਪੰਜਾਬ 'ਚ ਰਹਿਣਾ,
ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਕਿਸੇ ਨੂੰ ਭੁੱਖਿਆਂ ਸੌਣ ਹੀ ਨਹੀਂ ਦਿੰਦੇ। ਤੁਸੀਂ ਮੇਰੀ ਨਾ ਚਿੰਤਾ ਕਰੋ ਨੇਪਾਲ 'ਚ ਬੈਠੇ, ਮੈਂ ਪੰਜਾਬ 'ਚ ਰਹਿੰਦਾ। ਪਹਿਲਾਂ ਕਿਸੇ ਸੀ ਆਪ ਪਕਾ ਕੇ ਖਾਂਦੇ ਸੀ, ਕਹਿੰਦੇ ਸਰਦਾਰ ਸਾਨੂੰ ਤਿੰਨਾਂ ਪੱਕੀਆਂ ਪਕਾਈ ਦੇ ਕੇ ਜਾਂਦੇ, ਘਰ ਦੇ ਕੇ ਜਾਂਦੇ ਨੇ। ਪਹਿਲਾਂ ਅਸੀਂ ਨਾਲੇ ਮਜ਼ਦੂਰੀ ਕਰਦੇ ਸੀ, ਫਿਰ ਪਕਾ ਕੇ ਖਾਂਦੇ ਸੀ। ਹੁਣ ਕਿ ਸਾਨੂੰ ਪੱਕੀਆਂ ਪਕਾਈਆਂ ਮਿਲਦੀਆਂ ਨੇ, ਇਸ ਲਈ ਪੰਜਾਬ 'ਚ ਕੋਈ ਭੁੱਖਾ ਨਹੀਂ ਸੌਂਦਾ। ਮੇਰੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕਿੰਨਾ ਵਧੀਆ ਜਵਾਬ ਦਿੱਤਾ। ਖੁਸ਼ੀ ਹੋਈ ਮੈਨੂੰ ਵੀ ਹਾਂ, ਘੱਟ ਤੋਂ ਘੱਟ ਇੰਪਰੈਸ਼ਨ ਵਧੀਆ ਦਾ। ਕਿੱਥੇ ਟਰੰਪ ਹੈ, ਅਮਰੀਕਾ ਦਾ ਰਾਸ਼ਟਰਪਤੀ ਹੁੰਦਾ ਸੀ, ਉਹ ਕਹਿੰਦਾ ਮੇਰੀ ਇੱਛਾ ਅਮਰੀਕਾ ਦੇ ਹਰ ਸ਼ਹਿਰ 'ਚ ਗੁਰਦੁਆਰਾ ਹੋਣਾ ਚਾਹੀਦਾ। ਕਹਿੰਦੇ ਤਾਂ ਕਮਾਲ ਦੇ ਲੋਕ ਨੇ, ਭੁੱਖ ਮਰੀ ਪਈ ਹੋਈ ਹੈ, ਕਿਤੇ ਕੁਛ ਮਿਲਦਾ ਨਹੀਂ। ਇਹ ਕਹਿੰਦਾ ਇਹਨਾਂ ਮੁਫਤ ਲੰਗਰ ਲਾਤੇ ਨੇ, ਛਕੋ ਭਾਈ ਜਿਹਦੀ ਮਰਜ਼ੀ ਹੈ। ਦੇਖੋ ਗੈਸ ਦਾ ਸਿਲੰਡਰ ਆਕਸੀਜਨ ਵਾਲਾ ਬਲੈਕ 'ਤੇ ਮਿਲਦਾ, ਸਿੱਖਾਂ ਨੇ ਸਿਲੰਡਰ ਦਾ ਲੰਗਰ ਲਾਤਾ, ਲੈ ਜਾਓ ਜਿਹਨੂੰ ਲੋੜ ਹੈ ਨਾ। ਕਮਾਲ। ਕਿਆ ਕਮਾਲ ਬਾਤ ਹੈ। ਕਿਆ ਗੁਰੂ ਨਾਨਕ ਜੀ ਨੇ ਕੌਮ ਬਣਾਈ ਹੋਈ ਹੈ। ਇਹ ਤਾਂ ਜੇ ਕਿਤੇ ਅਸੀਂ ਨਸ਼ੇ ਨੁਸ਼ੇ ਨਾ ਕਰੀਏ, ਉਸ ਤਾਂ ਬਹੁਤ ਜ਼ਿਆਦਾ ਅਮੀਰ ਹੋ ਜਾਈਏ। ਇਹ ਤਾਂ ਨਸ਼ਿਆਂ ਨੇ ਅਤੇ ਸਾਡੀ ਫਜ਼ੂਲ ਖਰਚੀ ਨੇ ਸਾਨੂੰ ਪੱਟਤਾ, ਨਹੀਂ ਤਾਂ ਅਸੀਂ ਤਾਂ ਬਹੁਤ ਅਮੀਰ ਹੋ ਜਾਂਦੇ ਹਾਂ। ਮੈਂ ਸੋਚਦਾ ਵੀ ਹੁਣ ਵੀ ਸਾਰੇ ਹਿੰਦੁਸਤਾਨ ਤੋਂ ਪੰਜਾਬ ਹੁਣ ਵੀ ਅਮੀਰ ਗਿਣਿਆ ਜਾਂਦਾ ਲੋਕ। ਹਾਂਜੀ, ਅਤੇ ਅਜੇ ਤਾਂ ਸਾਡਾ ਕਰੋੜਾਂ ਰੁਪਈਏ ਇਕੱਲੀ ਸ਼ਰਾਬ 'ਤੇ ਖਰਚ ਹੋ ਜਾਂਦਾ। 40 ਕਰੋੜ ਬੋਤਲਾਂ ਪੰਜਾਬ ਦੇ ਲੋਕ, 3 ਕਰੋੜ 10 ਲੱਖ ਦੀ ਆਬਾਦੀ ਹੈ ਕੁੱਲ ਪੰਜਾਬ ਦੀ, ਜਿਸ 'ਚੋਂ ਬੀਬੀਆਂ ਵੀ ਹੋਣਗੀਆਂ, ਉਹਨਾਂ ਵਿੱਚੋਂ ਕੱਢ ਦਿਓ। 40 ਕਰੋੜ ਬੋਤਲਾਂ ਸ਼ਰਾਬ ਦੀਆਂ ਪੰਜਾਬ ਦੇ ਲੋਕ ਪੀਂਦੇ ਨੇ ਇੱਕ ਸਾਲ 'ਚ। ਹੁਣ ਬੋਤਲ ਦੇ ਅੰਦਾਜ਼ਾ ਕਿੰਨੇ 100 ਦੀ ਆਉਂਦੀ ਹੈ, ਉਹਨੂੰ 40 ਕਰੋੜ ਨਾਲ ਗੁਣਾ ਕਰੋ, ਕਿੰਨੇ ਅਰਬ ਰੁਪਏ ਦੀ ਸ਼ਰਾਬ ਹੈ, ਕਿੰਨੇ ਅਰਬਾਂ ਦੀ ਸ਼ਰਾਬ ਅਸੀਂ ਇੱਕ ਸਾਲ 'ਚ ਪੀ ਜਾਂਦੇ। ਦੱਸ, ਇਸ ਲਈ ਕਿਤੇ ਅਸੀਂ ਨਸ਼ਾ ਨੁਸ਼ਾ ਤਾਂ ਵੱਧ ਜਾ ਨਾ ਪੰਜਾਬ, ਇਹ ਤਾਂ ਬਹੁਤ ਅਮੀਰ ਹੋਣ ਨੂੰ ਹੋ ਜਾਂਦਾ ਹੈ। ਇਹ ਤਾਂ ਹਰ ਸਾਲ ਇੱਕ ਸਟੇਟ ਖਰੀਦ ਸਕਦਾ ਸੀ, ਬਸ ਐਸੀ ਨਜ਼ਰ ਲੱਗ ਗਈ। ਕਿੱਥੇ ਦੇਸਾਂ ਵਿੱਚੋਂ ਦੇਸ਼ ਪੰਜਾਬ ਲਈ ਸਹੀਓ ਕਹਿੰਦੇ ਸੀ ਕਿ ਨਹੀਂ। ਹੁਣ ਉਹੀ ਪੰਜਾਬ ਨੂੰ ਛੱਡ ਕੇ ਅਸੀਂ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਾਂ। ਹੁਣ ਇਹ ਦੇਸ਼ਾਂ 'ਚ ਦੇਸ਼ ਨਹੀਂ ਰਿਹਾ। ਇਸ ਨੂੰ ਕਿਸੇ ਬਰਬਾਦ ਨਹੀਂ ਕੀਤਾ, ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ। ਸਾਨੂੰ ਕਿਸੇ ਨੇ ਨਹੀਂ ਬਰਬਾਦ ਕੀਤਾ। ਸਾਡੀ ਫਜ਼ੂਲ ਖਰਚੀ ਅਤੇ ਸਾਡੇ ਨਸ਼ਿਆਂ ਨੇ ਸਾਨੂੰ ਬਰਬਾਦ ਕਰਕੇ ਰੱਖ ਦਿੱਤਾ। ਗੁਰੂ ਮਾਰੇ ਭਲੀ ਕਰਨ, ਸਾਨੂੰ ਸੋਝੀ ਬਖਸ਼ਣ। ਸੋ ਗੁਰੂ ਮਹਾਰਾਜ ਕਹਿੰਦੇ, ਤਿਉਂ ਹਰ ਜਨ ਹਰ ਤਨ ਸੰਚਿਆ, ਹਰ ਖਰਚ ਲੈ ਜਾਏ। ਇਸ ਤਰ੍ਹਾਂ ਜਿਹੜਾ ਹਰੀ ਦਾ ਭਗਤ ਹੈ, ਹਰੀ ਦਾ ਧਨ ਇਕੱਠਾ ਕਰਦਾ ਤਾਂ ਜੋ ਖਰਚ ਦੇ ਤੌਰ 'ਤੇ ਨਾਲ ਲੈ ਕੇ ਜਾਵੇ। ਇਹ ਮਾਇਆ ਮੋਹ ਕੁਟੰਬ ਹੈ, ਭਾਏ ਦੂਜੇ ਫਾਂਸ। ਇਹ ਮਾਇਆ ਦਾ ਮੋਹ ਇੱਕ ਪਰਿਵਾਰ ਹੈ, ਮਾਇਆ ਦਾ ਇੱਕ ਪਰਿਵਾਰ ਆਪਣਾ, ਇਹ ਪਰਿਵਾਰ ਹੈ ਸਮਝੋ ਮਾਇਆ ਦਾ ਮੋਹ। ਭਾਏ ਦੂਜੇ, ਮਾਇਆ ਦੇ ਪਿਆਰ 'ਚ ਫਾਂਸ, ਬੰਦਾ ਫਸ ਜਾਂਦਾ। ਫਿਰ ਮਾਇਆ ਦਾ ਪਿਆਰ ਫਾਂਸੀ ਦੀ ਨਹੀਂ ਹੈ, ਫਾਹੀ ਦੀ ਨਹੀਂ। ਗੁਰਮਤੀ ਸੋ ਜਨ ਧਰੈ ਜੋ ਦਾਸਨ ਦਾਸ। ਗੁਰੂ ਦੀ ਮੱਤ 'ਤੇ ਚੱਲ ਕੇ ਉਹੀ ਵਿਅਕਤੀ ਤਰ ਸਕਦਾ ਜੋ ਦਾਸਾਂ ਦਾ ਦਾਸ ਹੋ ਜਾਏ। ਦਾਸਾਂ ਦਾ ਦਾਸ ਬਣ ਕੇ ਕਹਿੰਦੇ ਫਿਰ ਜਿਹੜਾ ਗੁਰੂ ਦੀ ਮੱਤ 'ਤੇ ਚੱਲੇ ਅਤੇ ਫਿਰ ਇਸ ਮੋਹ ਮਾਇਆ ਦੇ ਜਾਲ 'ਚੋਂ ਨਿਕਲ ਸਕਦਾ ਹੋ। ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ। ਅਤੇ ਜਿਹਨੇ ਪਰਮਾਤਮਾ ਦਾ ਨਾਮ ਜਪਿਆ, ਗੁਰੂ ਦੀ ਕਿਰਪਾ ਨਾਲ ਉਹਦੇ ਅੰਦਰ ਪ੍ਰਕਾਸ਼ ਹੋ ਗਿਆ, ਉਹਦੇ ਅੰਦਰ ਗਿਆਨ ਦਾ ਚਾਨਣ ਹੋ ਗਿਆ, ਉਹ ਗਿਆਨਵਾਨ ਹੋ ਗਿਆ, ਉਹ ਬ੍ਰਹਮ ਗਿਆਨੀ ਹੋ ਗਿਆ। ਸੋ ਉਦਾਹਰਨਾਂ ਦਿੱਤੀਆਂ ਵੀ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਵੱਡਾ ਹੋ ਕੇ ਮੈਨੂੰ ਧਨ ਕਮਾ ਕੇ ਦੇਗਾ। ਹੱਟੀ ਵਾਲਾ ਹੱਟੀ ਕਰਦਾ, ਮੈਂ ਵੱਧ ਤੋਂ ਵੱਧ ਧਨ ਕਮਾਵਾਂ।
किसान है, खेती करदा है, मेरा धी पुत खावे, ते जिहड़ा परमात्मा दा भगत है वो नाम धन इकट्ठा करदा। सो इस लई सिख ने एक पासड़ नहीं होना। मैं कई बार आप जी नूं कहा असी दोनों धन कमाने ने, संसारिक धन भी कमाउणा, नाम धन भी कमाना। असी अपनी जिंदगी नूं बैलेंस्ड रखना, इनू इंबैलेंस नहीं करना भी को पासे नूं हो जाना, नहीं, बैलेंस रखनी। संसारिक धन भी चाहिए तां जो सानू ये जिहड़े सारिया सुख सहूलतां हैं ये मिल सकन। नाम धन भी चाहिए तां जो साडी आत्मा दा कल्याण होवे। असी जमन मर तो रहत हो जी, नाम धन भी होणे, दोनों धन सिख कोले होने चाहिए ने। दसां नौ दी किरत करो, फालतू होर काम कर सकते करो, कोई गल नहीं। बाहरले देशां मुंडे 16-16 घंटे काम करते हैं, इत्थे 8 घंटे ड्यूटी दे ची फी जिहा करते हैं। देखिए स्कूले हुण कोई टीचर छुट्टी ते प्रिंसीपल ने किसी जो वेला टीचर बैठे उन कहना पाए तू क्लास बैठ जा, बच्चे रौला न पाउण। जा तो रहा पर ची फी मन च करता जा रहा है। दस बई ते तू एक्सट्रा तो कोई नहीं, तू 8 घंटे लिए स्कूल आया हुए 7 घंटे लगा रहा होने ते। इत्थे तो थोड़ा जिहा वध काम करदा, ची फी करदा, बाहर 16-16 घंटे काम करदा है। रिटायर हो के अपने आप नूं ये नहीं समझना भी वै तो नहीं, कुछ करते ही रहो। रिटायर हो के भी कुछ करते ही रहो, अपने आप नूं वेले ना छड्डो। जिवें पहलां 8 घंटे घट तो घट ड्यूटी दिंदे सी, इसलिए काम करते रहो। घरदियां नाल ही काम करा दो, अपने घर की संग है। अपना काम करन च कोई संग नहीं चाहिए, पर इत्थे तो लोग अपना काम करते हैं संगते ने जी। हुण रघबीर सिंह दी घर वाली कहते आ झाड़ू फेरियो जी ते गली च फेर के आउणा, होर तां लगू ना। ते जे आपां आदत ही पा लईए फिर आपां नूं फील नहीं होवेगा, फिर नहीं फील होवेगा। अपना वेले नहीं छड्डना। ऐस मैं तो अजे रिटायर ही नहीं होया भी, मैं तो रिटायर ही नहीं होया, मैं लगा किसी काम ते। जिहड़ा टीचर है वो रिटायर होकर अपने ट्यूशनां करदा रहे, की माड़ा, नाले तेरा समा वधिया लंघूगा, नाले तू कुछ कमाएगा। मंजी तोड़ देने काम हैगे, ये नहीं है भी काम नहीं हुंदे। काम करते रहना चाहिए, शरीर एक्टिव रहिंदा है, फिट फार रहिंदा है, अपना भला। पए रहांगे तो सुस्त हो जाएगा बिल्कुल। सो गुरु महाराज भली करन। वाहिगुरू जी का खालसा, वाहिगुरू जी की फतेह।